ਵੈਸੇ ਤਾਂ ਨਿਰਧਾਰਤ ਸੈਟਅਪ ਤੋਂ ਬਿਨਾਂ ਗੱਲ ਨਹੀਂ ਬਣਦੀ, ਪਰ ਜੇ ਖਬਰਾਂ ਅਤਿਮ ਹੋਣ ਤਾਂ ਪੇਸ਼ ਹੋਣਾ ਪੈਂਦਾ ਹੈ ਕਿ ਕਟਾਰੂ ਚੱਕ ਨੂੰ ਕਲੀਨ ਚਿੱਟ ਮਿਲ ਗਈ। ਸਭ ਤੋਂ ਅਹਿਮ ਖਬਰ ਇਸ ਵੇਲੇ ਦੀ ਨਿਕਲ ਕੇ ਆ ਰਹੀ ਹੈ। ਤੇ ਦੂਜੀ ਖਬਰ, ਰਾਤੀ ਕਾਂਗੜ ਸਾਹਿਬ ਕੈਨੇਡਾ ਨਾ ਚੜ੍ਹਨ ਦਿੱਤੇ। ਇਹ ਉਹ ਵਰਤਾਰੇ ਨੇ ਜਿਹੜੇ ਵਾਪਰ ਜਾਂਦੇ ਨੇ। ਕਾਂਗੜ ਸਾਹਿਬ ਦਾ ਸਿੱਕਾ ਚੱਲਦਾ ਸੀ, ਕਾਂਗੜ ਸਾਹਿਬ ਕੋ ਵੱਡੇ ਮਹਿਕਮੇ ਸੀ ਔਰ ਏਡੀਆਂ ਵੱਡੀਆਂ ਵਜ਼ੀਰੀਆਂ ਤੇ ਫਿਰ ਇੱਕ ਮਹਿਜ ਫਲਾਈਟ ਤੋਂ ਰੋਕ ਲੈਣਾ। ਇੱਥੇ ਚੱਲਦੇ ਆ ਤੀਜੀ ਖਬਰ, ਗਵਰਨਰ ਤੇ ਮੁੱਖ ਮੰਤਰੀ ਦੇ ਵਿੱਚ ਛਿੜੀ ਜੰਗ ਕਿੱਥੋਂ ਤੱਕ ਜਾਊਗੀ? ਇਹ ਸਵਾਲ ਬਹੁਤ ਅਹਿਮ ਆ। ਗਵਰਨਰ ਸਾਹਿਬ ਜਦੋਂ ਪ੍ਰੈਸ ਕਾਨਫਰੰਸ ਕਰਕੇ ਕੁਝ ਸਵਾਲ ਕਰਦੇ ਨੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਟਵਿੱਟਰ ਤੇ ਆਉਂਦੇ ਨੇ, ਟਵੀਟ ਕਰਦੇ ਨੇ, ਵੀਡੀਓ ਜਾਰੀ ਕਰਦੇ ਨੇ। ਇਹ ਦਿਲਚਸਪ ਮਾਜਰਾ ਜੋ ਦਿਸ ਰਿਹਾ ਉਹ ਤੋਂ ਪਿੱਛੇ ਕੀ ਆ, ਉਹਦੀਆਂ ਕੁਝ ਨੁਕਤੇ ਫੜਨ ਦਾ ਯਤਨ ਕੀਤਾ, ਤੁਹਾਡੇ ਕੋਲ ਆਉਂਦੇ ਆ। ਅਗਲੀ ਖਬਰ ਵੀ ਦਿਲਚਸਪ ਹੈ ਕਿ ਸਿਰਫ ਬੁੱਧ ਰਾਮ ਦੇ ਚਿਹਰੇ ਨੂੰ ਦਿਖਾ ਕੇ ਫੇਰ ਬਦਲ ਨੂੰ ਜਸਟੀਫਾਈ ਕੀਤਾ ਜਾ ਸਕਦਾ। ਇਹਦੇ ਪਿੱਛੇ ਇੱਕ ਹੋਰ ਪਹਿਲੂ ਆ। ਜਗਰੂਪ ਸਿੰਘ ਸੇਖਵਾਂ ਇੱਕ ਉਹ ਨਾਂ ਹੈ ਜਿਹਦੇ ਦਾਦੇ ਸਵਰਗੀ ਉਜਾਗਰ ਸਿੰਘ ਸੇਖਵਾਂ ਕਦੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਰਹੇ। ਉਹਨਾਂ ਦੇ ਪਿਤਾ ਬਾਦਲ ਦੇ ਬਹੁਤ ਨੇੜੇ ਬਹਿਣ ਵਾਲਿਆਂ 'ਚ ਸੀ। ਜਗਰੂਪ ਸੇਖਵਾਂ ਨੇ ਜਲੰਧਰ ਦੀ ਇਲੈਕਸ਼ਨ 'ਚ ਬੜਾ ਅਹਿਮ ਕ੍ਰੂਸ਼ਲ ਰੋਲ ਪਲੇ ਕੀਤਾ। ਕੁਝ ਹੋਰ ਪਹਿਲੂ ਇਹਦੇ ਵਿੱਚ ਦਿਲਚਸਪ ਨੇ। ਇੰਦਰਪ੍ਰੀਤ ਜੀ ਨੇ ਘੋਖ ਉਹਦੇ ਤੇ ਕੀਤੀ ਆ। ਚੰਡੀਗੜ੍ਹ ਦੇ ਗਲਿਆਰਿਆਂ 'ਚ ਬੜਾ ਕੁਝ ਪਿਆ ਰਹਿੰਦਾ। ਸੋ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ। ਜਿਹੜੀ ਖਬਰ ਟ੍ਰਿਬਿਊਨ ਅਖਬਾਰ ਦੀ ਹੈ, ਪੰਜਾਬੀ ਟ੍ਰਿਬਿਊਨ ਨੇ ਪ੍ਰਮੁਖਤਾ ਨਾਲ ਇਹਨੂੰ ਛਾਪਿਆ, ਜਿਸ ਖਬਰ ਨੂੰ ਰਾਤੀ ਤੁਸੀਂ ਘੋਖਦੇ ਰਹੇ, ਇਸ ਖਬਰ ਨੂੰ ਕਿਵੇਂ ਦੇਖੀਏ ਕਿ ਕਟਾਰੂ ਚੱਕ ਦੇ ਖਿਲਾਫ ਸ਼ਿਕਾਇਤ ਦੇਣ ਵਾਲਾ ਆਪਣੀ ਸ਼ਿਕਾਇਤ ਤੋਂ ਵਾਪਸ ਹੋ ਗਿਆ ਜਾਂ ਵਾਪਸ ਕਰਵਾ ਲਿਆ ਗਿਆ? ਕੀ ਇਹ ਮਾਮਲਾ ਮਹਿਜ ਸ਼ਿਕਾਇਤ ਤੱਕ ਸੀਮਤ ਹੈ ਜਾਂ ਇਹਦੇ ਵਿੱਚ ਨੈਤਿਕਤਾ, اخلاق, ਵੱਡੇ ਵੱਡੇ ਭਾਰੇ ਭਾਰੇ ਲਫ਼ਜ਼ਾਂ ਨੂੰ ਵੀ ਵਾੜੀਏ, ਮਾਮਲਾ ਮੁੱਕ ਗਿਆ ਜਾਂ ਮਾਮਲਾ ਸ਼ੁਰੂ ਹੋਇਆ? ਰੰਧਾਵਾ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਹੀ ਸਵਾਲ ਜੇ ਕਰਾਂ ਕਿ ਤੁਹਾਨੂੰ ਕੀ ਇਹਦੇ ਤੇ ਕੋਈ ਹੈਰਾਨੀ ਹੋ ਰਹੀ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਆ ਗਿਆ ਹੈ? ਮੈਨੂੰ ਤਾਂ ਕਿਉਂਕਿ ਬਿਲਕੁਲ ਨਹੀਂ ਹੋ ਰਹੀ ਹੈ। ਜੇ ਸਰਕਾਰ, ਅਸੀਂ ਬਾਰ-ਬਾਰ ਇਸ ਪਲੇਟਫਾਰਮ ਤੇ ਘੱਟੋ ਘੱਟ 3-4 ਵਾਰ ਇਸ ਬਾਰੇ ਗੱਲ ਕਰ ਚੁੱਕੇ ਹਾਂ ਵੀ ਜੇ ਸਰਕਾਰ ਦੇ ਹੁੰਦੇ ਹੋਏ ਸਰਕਾਰ ਦਾ ਕੋਈ ਮੰਤਰੀ, ਮਤਲਬ ਕੋਈ ਓਪੋਜੀਸ਼ਨ ਦੇ ਦਬਾਅ ਥੱਲੇ ਉਹਨੂੰ ਕੱਢਣਾ ਪੈ ਜੇ, ਇਹ ਹੋ ਨਹੀਂ ਸਕਦਾ, ਸੰਭਵ ਨਹੀਂ ਹੈ। ਚਾਹੇ ਜਿੰਨੀ ਵੀ ਨੈਤਿਕਤਾ ਤੋਂ ਗਿਰੀ ਹੋਈ ਗੱਲ ਕੀਤੀ ਹੋਵੇ ਕਿਸੇ ਮੰਤਰੀ ਨੇ, ਪਰ ਉਹਨੂੰ ਬਚਾਉਣਾ ਸਰਕਾਰ ਪੂਰਾ ਜ਼ੋਰ ਲਗਾਏਗੀ। ਔਰ ਮੈਨੂੰ ਲੱਗਦਾ ਕਿ ਉਹਦੇ ਵਿੱਚ ਇੱਕ ਕਾਮਯਾਬੀ ਉਹਨਾਂ ਨੂੰ ਮਿਲ ਗਈ ਹੈ। ਜੋ ਮੈਂ ਦੇਖ ਰਿਹਾ, ਕੱਲ ਰਾਤ ਵੀ ਇਹ ਖਬਰ ਆ ਗਈ ਸੀਗੀ ਕਿ ਇਸ ਤਰ੍ਹਾਂ ਦਾ ਹੋ ਗਿਆ, ਲੇਕਿਨ ਜਿਹੜੇ ਸੋਰਸ ਖਬਰ ਦੱਸ ਰਹੇ ਸੀ ਉਹ ਕਹਿ ਰਹੇ ਸੀਗੇ ਕਿ ਇੱਕ ਆਧ ਦਿਨ ਹਜੇ ਰੁਕ ਜਾਓ ਤੇ ਜਦੋਂ ਇਹ ਅਸੀਂ ਪੇਸ਼ ਕਰਾਂਗੇ ਉੱਥੇ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਆਪਣੀ ਰਿਪੋਰਟ, ਉਹਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਇਹ ਪੂਰਾ ਦੱਸ ਦਾਂਗੇ। ਉਦੋਂ ਹੀ ਇਹ ਗੱਲ ਆ ਗਈ ਸੀ ਕਿ ਜਿਹੜਾ ਉਹ ਸ਼ਿਕਾਇਤ ਕਰਤਾ ਹੈ, ਹਾਲਾਂਕਿ ਇਸ ਰਿਪੋਰਟ ਦੇ ਵਿੱਚ ਤਾਂ ਉਹ ਗੱਲਾਂ ਨਹੀਂ ਲਿਖੀਆਂ, ਉਸ ਦੇ ਵਿੱਚ ਇਹ ਸੀ ਕਿ ਇੱਕ ਪੋਲੀਟੀਕਲ ਪਾਰਟੀ ਨੇ ਇਹ ਸਾਰਾ ਪ੍ਰਪੰਚ ਰਚਿਆ ਸੀਗਾ। ਉਹ ਪੋਲੀਟੀਕਲ ਪਾਰਟੀ ਦੇ ਹਜੇ ਨਾਂ ਨਸ਼ਰ ਕਰਨੇ ਨਹੀਂ ਬਣਦੇ ਕਿਉਂਕਿ ਹਜੇ ਤੱਕ ਉਹਨਾਂ ਨੇ ਦੱਸਿਆ ਨਹੀਂ ਹੈ। ਉਹ ਜਿਹੜਾ ਲੈਟਰ ਉਹਨੇ ਦਿੱਤਾ ਹੈ ਉਹਦੇ ਵਿੱਚ ਉਹ ਚੀਜ਼ਾਂ ਆਉਣਗੀਆਂ। ਤੇ ਮੈਂ ਵੀ ਸੋਚ ਰਿਹਾ ਕਿ ਇੱਕ ਅੱਧੇ ਦਿਨ ਅਜੇ ਰੁਕੀਏ, ਕਿਉਂਕਿ ਇੱਥੇ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਦਬਾਅ ਥੱਲੇ ਸੈਂਟਰ ਗਵਰਨਮੈਂਟ ਆਪਣਾ ਦਬਾਅ ਪਾਏ ਤੇ ਉਹ ਵਾਪਸ ਲੈ ਲੈਣ, ਇਹ ਆਪਣਾ ਦਬਾਅ ਪਾਏ ਤੇ ਕੋਈ ਹੋਰ ਲੈਟਰ ਲੈ ਆਣ। ਸੋ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ। ਇੰਦਰਪ੍ਰੀਤ ਜੀ, ਤੁਸੀਂ ਗੱਲ ਬਹੁਤ ਅਹਿਮ ਪਤੇ ਦੀ ਗੱਲ ਲਿਆ ਕੇ ਖੜੀ ਕਰਤੀ ਹੈ। ਇਹ ਮਾਮਲਾ ਇਹ ਸੁਖਪਾਲ ਸਿੰਘ ਖਹਿਰਾ ਤੋਂ ਹੁੰਦਾ ਹੋਇਆ ਮਨਜਿੰਦਰ ਸਿਰਸਾ ਕੋਲ ਵੀ ਪੁੱਜਿਆ ਸੀ, ਔਰ ਮਨਜਿੰਦਰ ਸਿਰਸਾ ਬਾਰੇ ਪਤਾ ਹੈ ਕਿ ਉੱਪਰਲੀ ਸੱਤਾ ਦੇ ਅਹਿਮ ਵਿਅਕਤੀਆਂ ਦੇ ਨੇੜੇ ਮੰਨੇ ਜਾਂਦੇ ਆ। ਫਿਰ ਇਹ ਮਾਮਲਾ ਜਦੋਂ ਵਿਜੇ ਸਾਂਪਲਾ, ਜਿਹੜੇ ਕਿ ਕਮਿਸ਼ਨ ਫਾਰ SC/ST ਦੇ ਚੇਅਰਮੈਨ ਨੇ, ਉਹਨਾਂ ਕੋਲ ਜਦੋਂ ਪੁੱਜਦਾ ਹੈ, ਉਹਨਾਂ ਨੂੰ ਉਹ ਵਿਅਕਤੀਗਤ ਤੌਰ ਤੇ ਵੀ ਸ਼ਿਕਾਇਤ ਦਿੰਦਾ ਹੈ। ਹੁਣ ਉਹ ਜਿਹੜਾ ਸ਼ਿਕਾਇਤ ਕਰਤਾ ਹੈ, ਜੇ ਉੱਪਰਲੀ ਤੇ ਥੱਲੇ ਦੀ ਸੱਤਾ 'ਚ ਫਸਿਆ ਹੋਇਆ ਤੇ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਥੱਲੇ ਦੀ ਸੱਤਾ ਨੇ ਮਨਾ ਲਿਆ ਤੇ ਮੁੜ ਕੇ ਅਗਲੇ ਟੇਢੇ ਹੋ ਗਏ, ਅਗਲੇ ਮਨਾ ਲੈਣਗੇ। ਭਾਸਕਰ ਸਾਹਿਬ, ਇੰਜ ਵਾਪਰਦੀਆਂ ਰਹਿੰਦੀਆਂ ਚੀਜ਼ਾਂ, ਅਸੀਂ ਕਿਸੇ ਤੇ ਟਿੱਪਣੀ ਨਹੀਂ ਕਰਦੇ। ਕਟਾਰੂ ਚੱਕ ਦੇ ਖਿਲਾਫ ਹੋਈ ਸ਼ਿਕਾਇਤ ਦੇ ਵਿੱਚ ਅਸੀਂ ਬਾਰ-ਬਾਰ ਕਿਹਾ ਸੀ ਕਿ ਮੁੱਢਲੇ ਤੌਰ ਤੇ ਕ੍ਰਾਈਮ ਵਜੋਂ ਇਹਨੂੰ ਪੇਸ਼ ਕਰਨਾ ਤਾਂ ਸੰਭਵ ਨਹੀਂ। ਦੂਜੇ ਬੰਨੇ SC/ST ਐਕਟ ਦੇ ਤਹਿਤ ਵੀ, ਕਿਉਂਕਿ ਦੋਨੇ ਇੱਕੋ ਹੀ ਕੈਟਾਗਰੀ ਨਾਲ ਸੰਬੰਧਿਤ ਹੈ, ਇਹਦੇ 'ਚ ਵੀ ਬਹੁਤਾ ਕੁਝ ਕੱਢਣ ਪਾਉਣ ਲਈ ਨਹੀਂ। ਪਰ ਕੱਢਣ ਪਾਉਣ ਲਈ ਇਸ ਕਰਕੇ ਆ ਕਿ ਜਦੋਂ ਤੁਸੀਂ ਇਸ ਸੁਸਾਇਟੀ ਦੇ ਬਹੁਤ ਅਹਿਮ ਨਾਗਰਿਕ ਹੋਵੋ, ਇਸ ਖਿੱਤੇ ਦੀ ਸਰਕਾਰ ਦੇ 15 ਅਹਿਮ ਲੋਕਾਂ 'ਚੋਂ ਇੱਕ ਹੋਵੋ, ਤਾਂ ਫਿਰ ਤੁਸੀਂ ਆਦਰਸ਼ ਵਜੋਂ ਪੇਸ਼ ਹੋਣਾ। ਕੁਝ ਮਾਪਦੰਡ ਹੁੰਦੇ ਨੇ। ਭਾਸਕਰ ਸਾਹਿਬ, ਅਸੀਂ ਕਦੋਂ ਕਿਹਾ ਉਹਨਾਂ ਨੂੰ ਫੜ ਕੇ ਅੰਦਰ ਕਰ ਦਿਓ? ਮਾਮਲਾ ਤੇ ਇਹ ਹੈ ਕਿ ਉਹ ਸਾਡੀ ਨੁਮਾਇੰਦਗੀ ਕਰਦਿਆਂ ਇਸ ਫੇਸ ਨਾਲ ਜਦੋਂ ਲੋਕਾਂ ਦੇ ਰੂਬਰੂ ਹੋਣਗੇ ਤਾਂ ਉਹਨਾਂ ਨੂੰ ਆਪ ਵੀ ਪਰੇਸ਼ਾਨੀ ਹੋ ਰਹੀ ਹੋਊਗੀ।
ਜੋ ਕੁਝ ਕੱਲ ਅਖਬਾਰ ਦੇ ਵਿੱਚ ਛਪਿਆ ਹੈ ਜਾਂ ਅੱਜ ਛਪਿਆ ਹੈ, ਉਹ ਬਿਲਕੁਲ ਐਕਸਪੈਕਟਡ ਲਾਈਨ ਤੇ ਹੀ ਛਪਿਆ ਹੈ। ਉਹਦੇ ਵਿੱਚ 5 ਜੂਨ ਨੂੰ ਜੀ ਕੇਸ਼ਵ ਨੇ SIT ਨੂੰ ਅਪਰੋਚ ਕੀਤਾ, 9 ਜੂਨ ਨੂੰ ਬਿਆਨ ਹੋ ਗਏ, ਉਹ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਚਾਹੁੰਦਾ। ਉਸ ਤੋਂ ਪਹਿਲੇ ਪੋਕਸੋ ਐਕਟ ਦੇ ਵਿੱਚ ਪ੍ਰਿੰਸੀਪਲ ਦਾ ਉਹ ਬਿਆਨ, ਉਹਦੀ ਜਨਮ ਤਿਥੀ ਐ ਸੀ। ਇਹ ਸਾਰੀ ਗੱਲਾਂ ਐਕਸਪੈਕਟਡ ਲਾਈਨ ਤੇ ਹੋ ਰਹੀ ਹੈ। ਜਦ ਕਿਸੇ ਵੱਡੇ ਵਿਅਕਤੀ ਦੇ ਖਿਲਾਫ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ, ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਇਹ ਗੱਲ ਕੀਤੀ ਸੀਗੀ, ਗੱਲ ਤੇ ਨੈਤਿਕਤਾ ਦੀ ਹੈਗੀ ਹੈ। ਨੈਤਿਕਤਾ ਦੇ ਉੱਤੇ ਕਟਾਰੂ ਚੱਕ ਉਹਨਾਂ ਕਿੱਥੇ ਖੜੇ ਨੇ? ਕੀ ਉਹ ਵੀਡੀਓ ਝੂਠੀ ਹੈ? ਹਾਲਾਂਕਿ ਗਵਰਨਰ ਸਾਹਿਬ ਨੇ ਲੈਬ ਟੈਸਟ ਪਹਿਲਾਂ ਹੀ ਕਰਾ ਲਿਆ ਸੀਗਾ, ਕਿਉਂਕਿ ਹੋ ਸਕਦਾ ਹੈ ਅਗਰ ਉਹ ਲੈਬ ਟੈਸਟ ਨਾ ਕਰਾਇਆ ਹੁੰਦਾ ਜਾਂ ਉਹਦੀ ਆਥੈਂਟਿਸਿਟੀ ਨੂੰ ਜਾਂਚ ਕਰਕੇ, ਯਾਨੀ ਆਥੈਂਟਿਸਿਟੀ ਨੂੰ ਠੱਪਾ ਲਾ ਕੇ ਕਿ ਵੀ ਇਹ ਬਿਲਕੁਲ ਠੀਕ ਹੈ ਵੀਡੀਓ, ਅਗਰ ਨਾ ਭੇਜਿਆ ਹੁੰਦਾ ਤਾਂ ਸ਼ਾਇਦ ਉਸ ਵੀਡੀਓ ਤੋਂ ਵੀ ਮੁਕਰਿਆ ਜਾ ਸਕਦਾ ਸੀ। ਹੁਣ 2 ਕੇਸ ਹੈਗੇ ਨੇ, ਸੇਮ ਲਾਈਨ ਤੇ ਹੈਗੇ ਨੇ। ਇੱਕ ਹੈਗਾ ਬ੍ਰਿਜ ਭੂਸ਼ਣ ਸ਼ਰਨ ਸਿੰਘ, ਜਿਹੜਾ ਕੇਂਦਰ ਸਰਕਾਰ ਦੇ ਵਿੱਚ ਇੱਕ ਵੱਡਾ MP UP ਦਾ BJP ਦਾ, ਉਹ ਭਲਵਾਨ ਖਿਡਾਰੀਆਂ ਦੇ ਆਰੋਪਾਂ ਤੇ ਘਿਰਿਆ ਹੋਇਆ। ਉੱਥੇ ਵੀ ਇਹੀ ਕੁਝ ਹੋ ਰਿਹਾ ਹੈ। ਉੱਥੇ ਵੀ ਆਰੋਪ ਹੁਣ ਕਈ ਵਾਰ ਆਉਂਦਾ ਹੈ ਕਿ ਉਹ ਜਿਹੜੀ ਨਾਬਾਲਿਗ ਭਲਵਾਨ ਸੀਗੀ ਉਹਨੇ ਆਪਣੇ ਆਰੋਪ ਵਾਪਸ ਲੈ ਲਏ, ਉਹਦੇ ਪਿਤਾ ਨੇ ਕਿਹਾ ਵੀ ਏਦਾਂ ਦਾ ਕੁਝ ਹੋਇਆ ਨਹੀਂ ਸੀ, ਮੈਂ ਆਪਣੀ ਗਲਤੀ ਮੰਨ ਰਿਹਾ, ਔਰ ਇਹੀ ਕੁਝ ਕੇਸ਼ਵ ਕਰ ਰਿਹਾ। ਸੇਮ ਪੈਟਰਨ ਹੈਗਾ, ਉੱਥੇ ਕੇਂਦਰ ਸਰਕਾਰ, ਇੱਥੇ ਸੂਬੇ ਦੀ ਸਰਕਾਰ, ਪਰ ਨੈਤਿਕਤਾ ਕਿੱਥੇ ਗਈ? ਕੇਂਦਰ ਦੇ ਵਿੱਚ ਵੀ ਤੇ ਸੂਬੇ ਦੀ ਸਰਕਾਰ ਦੇ ਵਿੱਚ ਵੀ ਗੱਲ ਤੇ ਉੱਥੇ ਖੜੀ ਹੈ। ਇੰਦਰਪ੍ਰੀਤ ਜੀ, ਇਹਦੇ ਚ ਇੱਕ ਹੁਣ ਅਗਲਾ ਮੋੜ ਹੈ, ਉਹ ਮੋੜ ਇਹ ਹੈ ਵੀ ਲੰਘੇ ਦਿਨ ਗਵਰਨਰ ਜਦੋਂ ਕਹਿ ਰਹੇ ਮੇਰੀਆਂ 10 ਚਿੱਠੀਆਂ ਦਾ ਜਵਾਬ ਨਹੀਂ ਦਿੱਤਾ, ਤੇ ਉਹਦੇ ਵਿੱਚੋਂ ਮੈਨੂੰ ਲੱਗਦਾ 3 ਚਿੱਠੀਆਂ ਤੇ ਇਸੇ ਸੰਦਰਭ ਚ ਸੀਗੀਆਂ। ਇਹਦਾ ਮਤਲਬ ਹੈ ਕਿ ਸਰਕਾਰ ਨੇ ਅੱਜ ਹੋ ਸਕਦਾ ਵੀ ਗਵਰਨਰ ਦਾ ਮਿਹਣਾ ਜਾਂ ਗਵਰਨਰ ਦਾ ਲਾਂਭਾ ਲਾ ਦੇ, ਹੋ ਸਕਦਾ ਇਹ ਚਿੱਠੀ ਤਾਂ ਭੇਜ ਦਿੱਤੀ ਜਾਵੇ ਕਿ ਗਵਰਨਰ ਸਾਹਿਬ ਐਵੇਂ ਸਮਾਨ ਸਿਰ ਤੇ ਚੁੱਕਿਆ ਸੀ, ਆਹ ਫੜੋ, ਸਾਡੇ ਮੰਤਰੀ ਦੇ ਖਿਲਾਫ ਕੱਖ ਨਹੀਂ ਨਿਕਲਿਆ, ਸ਼ਿਕਾਇਤਕਰਤਾ ਕਿੱਥੇ ਗਿਆ, ਕਿੱਥੇ ਗਈ ਤੁਹਾਡੀ ਜਿਹੜੀ ਬਾਰ-ਬਾਰ ਸਾਨੂੰ ਵਿਰੋਧੀਆਂ ਦੇ ਦਾਇਰੇ 'ਚ ਖੜ ਕੇ ਸਿੱਟ ਦੇਣ ਦੀ, ਕਟਹਿਰੇ 'ਚ ਖੜੇ ਕਰਨ ਦੀ? ਕਿਉਂਕਿ ਬਾਜਵਾ ਬਾਕੀ ਲੋਕ ਸਾਰੇ ਹਮੇਸ਼ਾ ਗਵਰਨਰ ਦਾ ਹਵਾਲਾ ਦੇ ਕੇ ਕਹਿੰਦੇ ਆ ਜੀ ਇਹ ਦੇਖੋ ਗਵਰਨਰ ਸਾਹਿਬ, ਇਹਦੇ ਤੇ ਤਾਂ CBI ਦੀ ਜਾਂਚ ਕਰਾ ਲਓ, ਤੁਸੀਂ ਜਾਓ ਜੀ, ਤੁਸੀਂ ਕਹੋ ਕੋਰਟ ਨੂੰ, ਕਹੋ ਜੀ ਤੁਸੀਂ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਹੋ ਵੀ ਇਹਦੀ ਜਾਂਚ CBI ਤੋਂ ਕਰਾਈ ਜਾਵੇ। ਸੋ ਮੈਨੂੰ ਲੱਗਦਾ ਵੀ ਗਵਰਨਮੈਂਟ ਨੇ ਕੱਲ ਆਨਨ ਫਾਨਨ 'ਚ ਇੱਕ ਮੁੱਦਾ ਤੇ ਮੁਕਾਤਾ ਦੇਰ ਸ਼ਾਮ ਨੂੰ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਹੜੀ ਗਵਰਨਰ ਸਾਹਿਬ ਇਹ ਕਹਿ ਰਹੇ ਹੈ ਕਿ ਮੇਰੀਆਂ 10 ਚਿੱਠੀਆਂ ਦਾ ਜਵਾਬ ਤੱਕ ਨਹੀਂ ਦਿੱਤਾ, ਹਾਲਾਂਕਿ ਸੁਪਰੀਮ ਕੋਰਟ ਨੇ ਵੀ ਆਦੇਸ਼ ਕੀਤਾ ਸੀ ਇਸ ਮਾਮਲੇ ਦੇ ਵਿੱਚ ਕਿ ਗਵਰਨਰ ਨੂੰ ਜੋ ਵੀ ਉਹ ਪੁੱਛਣਗੇ ਉਹਨਾਂ ਦਾ ਜਵਾਬ ਦੇਣਾ ਬਾਅਦ ਹੈ ਸਰਕਾਰ ਇਹਦੇ ਲਈ, ਤੇ ਉਹਦੇ ਲਈ ਨਹੀਂ ਦਿੱਤਾ ਤਾਂ ਆਹ ਤਾਂ ਮਾਮਲਾ ਖਤਮ ਹੋ ਗਿਆ। ਕਿਉਂਕਿ ਉਹਨਾਂ 'ਚ ਇੱਕ ਮਾਮਲਾ ਇਹ ਵੀ ਸੀਗਾ ਕਿ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਜੇ ਤੱਕ, ਔਰ 2 ਵਾਰ ਉਹ ਪ੍ਰੈਸ ਕਾਨਫਰੰਸ 'ਚ ਵੀ ਕਹਿ ਚੁੱਕੀ ਹੈ ਇਹ ਗੱਲ ਕਿ ਜੀ ਉਹਨੇ ਹੀਨੀਅਸ ਕ੍ਰਾਈਮ ਕੀਤਾ ਹੈ, ਇਸ ਕਰਕੇ ਉਹਨਾਂ ਨੂੰ ਕੈਬਨਿਟ 'ਚ ਰੱਖਣਾ ਨਹੀਂ ਬਣਦਾ। ਪਰ ਇਸ ਦੇ ਬਾਵਜੂਦ ਉਹ ਕੈਬਨਿਟ 'ਚ ਵੀ ਰਹੇ, ਫੇਰ ਬਦਲ ਤੋਂ ਬਾਵਜੂਦ ਰਹੇ। ਸੋ ਇਸ ਤੋਂ ਕਲੀਅਰ ਸੀਗਾ ਕਿ ਉਹ ਸਰਕਾਰ ਨੇ ਲਾਲ ਚੰਦ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੀ ਨਹੀਂ ਸੀ। ਆਪਾਂ ਵੀ ਪਹਿਲਾਂ ਇਸ 'ਚ ਕਿਹਾ ਸੀ ਕਿ ਜਿਹੜੀ ਲਾਈਨ ਤੇ ਜਾਂਚ ਚਲਾਈ ਜਾ ਰਹੀ ਹੈ ਉਹ ਸਾਰੀ ਉਹੀ ਲਾਈਨ ਹੈ ਕਿ ਕਿਵੇਂ ਉਹਨੂੰ ਕਲੀਨ ਚਿੱਟ ਦਿੱਤੀ ਜਾਏ। ਸੋ ਅੱਜ ਤੱਕ ਬਹੁਤ ਹੀ ਕਲੈਰਿਟੀ ਨਾਲ ਸਾਫ਼ ਹੋ ਗਿਆ, ਜੋ ਆ ਗਈ ਸਰ ਚੀਜ਼ ਸਾਹਮਣੇ ਕਿ ਉਹਨਾਂ ਨੇ ਲਿਖ ਕੇ ਹੀ ਦੇਤਾ ਕੇਸ਼ਵ ਕੁਮਾਰ ਨੇ ਕਿ ਜੀ ਮੇਰੇ ਨਾਲ ਮੈਂ ਦਬਾਅ ਥੱਲੇ ਸੀ। ਸੋ ਆ ਜਿਹੜੀ ਚੀਜ਼ਾਂ ਨੇ, ਭਾਸਕਰ ਸਾਹਿਬ ਨੇ ਠੀਕ ਕਿਹਾ ਕਿ ਅਸੀਂ ਕੋਈ ਇਹ ਥੋੜਾ ਕਰ ਰਹੇ ਵੀ ਕ੍ਰਾਈਮ ਕਰ ਰਿਹਾ ਹੋ, ਅਸੀਂ ਤਾਂ ਇਹ ਕਹਿ ਰਹੇ ਵੀ ਉਹਦੀ ਨੈਤਿਕਤਾ ਕਿੱਥੇ ਹੈ। ਠੀਕ ਹੈ, ਮਤਲਬ ਉਹ ਕਿਸੇ 376 ਜਾਂ 377 ਦੇ ਥੱਲੇ ਨਹੀਂ ਆ ਸਕਦੇ ਹੋਣਗੇ, ਉਹ ਪੋਸਕੋ ਐਕਟ ਦੇ ਥੱਲੇ ਨਹੀਂ ਆ ਸਕਦੇ ਹੋਣਗੇ, ਇਸ ਤਰ੍ਹਾਂ ਦੀ ਚੀਜ਼ਾਂ ਹੋ ਸਕਦੀਆਂ ਨੇ। ਮੈਂ ਪਹਿਲਾਂ ਹੀ ਇਸ ਪ੍ਰੋਗਰਾਮ 'ਚ ਕਹਿ ਚੁੱਕਿਆ ਵੀ ਇਹ ਹੈਗੀਆਂ ਨੇ, ਪਰ ਨੈਤਿਕਤਾ ਨਾਂ ਦੀ ਕੋਈ ਚੀਜ਼ ਹੈ ਕਿ ਨਹੀਂ ਹੈ? ਉਹ ਕਿਵੇਂ ਆਪਣੇ ਪਰਿਵਾਰ ਨੂੰ, ਆਪਣੇ ਆਫਿਸ਼ੀਅਲਸ ਨੂੰ ਕਿਵੇਂ ਫੇਸ ਕਰਦੇ ਹੋਣਗੇ, ਜਾਂ ਕਿਵੇਂ ਲੋਕ ਉਹਨਾਂ ਦੇ ਕੋਲ ਜਾਂਦੇ ਹੋਣਗੇ? ਇਹ ਸਾਰੇ ਸਵਾਲ ਹਜੇ ਤੱਕ ਉਸੇ ਤਰ੍ਹਾਂ ਹੀ ਬਣੇ ਨੇ ਜਿਸ ਤਰ੍ਹਾਂ ਪਹਿਲਾਂ ਸੀ। ਮੈਂ ਹੁਣ ਅਗਲਾ ਇੱਕ ਐਂਗਲ ਲੈਣਾ ਚਾਹੁੰਦਾ ਭਾਸਕਰ ਸਾਹਿਬ। ਅਗਲਾ ਐਂਗਲ ਇਹ ਹੈ ਬਈ ਕਿ ਵਿਰੋਧੀ ਧਿਰਾਂ ਨੂੰ ਲਾਜਵਾਬ ਕਰਨ ਤੋਂ ਬਾਅਦ ਵੀ ਆਹ ਦੇਖ ਲਓ ਤੁਹਾਡੀ ਸ਼ਿਕਾਇਤ ਦੇ ਉੱਤੇ ਅਸੀਂ ਕਾਰਵਾਈ ਨਹੀਂ ਕਰਦੇ, ਜਾਂਚ ਵਿੱਚ ਆ ਆਇਆ ਜੇ, ਖਹਿਰਾ ਨੂੰ ਨਿਸਲ ਕਰਤਾ ਗਿਆ, ਬਾਜਵਾ ਨੂੰ ਨਿਸਲ ਕਰਤਾ ਗਿਆ, ਬਈ ਕੁਛ ਨਹੀਂ ਨਿਕਲਿਆ, ਸਾਡੇ ਮੰਤਰੀ ਦੇ ਖਿਲਾਫ ਤੁਸੀਂ ਕਹਿੰਦੇ ਪਰਚਾ ਕਰੋ, ਪਰਚਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਹੁਣ ਅਗਲਾ ਸਵਾਲ ਹੈ, ਕੀ ਸਰਕਾਰ ਵਿਰੋਧੀਆਂ ਦਾ ਮੂੰਹ ਬੰਦ ਕਰਨ ਤੋਂ ਬਾਅਦ, ਗਵਰਨਰ ਨੂੰ ਜਵਾਬ ਭੇਜਣ ਤੋਂ ਬਾਅਦ, ਨੈਸ਼ਨਲ ਕਮਿਸ਼ਨ ਫਾਰ SC ST ਦੇ ਵਿਜੇ ਸੰਪਲਾ ਨੂੰ ਸੈਟੀਸਫਾਈ ਕਰਨ ਤੋਂ ਬਾਅਦ ਹੁਣ ਨੈਤਿਕਤਾ ਦੇ ਆਧਾਰ ਤੇ ਕਟਾਰੂ ਚੱਕ ਦਾ ਅਸਤੀਫਾ ਲੈ ਕੇ ਜੇਤੂ ਹੋਣਾ ਚਾਹੂਗੀ? ਇੱਕ ਸਵਾਲ ਇਹ ਬਹੁਤ ਵੱਡਾ ਹੈ ਕਿ ਕੀ ਗਵਰਨਮੈਂਟ ਇਸ ਦਿਨ ਦੀ ਉਡੀਕ ਕਰ ਰਹੀ ਸੀ ਕਿ ਅਸੀਂ ਇਹ ਅਸਤੀਫਾ ਵਿਰੋਧੀਆਂ ਦੇ ਦਬਾਅ 'ਚ ਨਹੀਂ ਲੈਣਾ ਔਰ ਇਹ ਅਸਤੀਫਾ ਅਸੀਂ ਆਪਣੇ ਮਾਪਦੰਡਾਂ ਨਾਲ ਲਵਾਂਗੇ? ਕੀ ਹੁਣ ਕਟਾਰੂ ਚੱਕ ਦੀ ਛੁੱਟੀ ਵਜ਼ਾਰਤ ਵਿੱਚੋਂ ਹੋਣ ਦਾ ਰਾਹ ਪੱਧਰਾ ਹੋ ਗਿਆ?
ਤੁਸੀਂ ਬਿਲਕੁਲ ਠੀਕ ਸੋਚ ਰਹੇ ਹੋ ਔਰ ਇਹ ਗੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਹਿ ਵੀ ਚੁੱਕੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਜਦ ਮਾਮਲਾ ਠੰਡਾ ਹੋ ਜਾਏਗਾ, ਹੁਣ ਕਾਨੂੰਨੀ ਤੌਰ ਤੇ ਇਹ ਗੱਲ ਸਾਫ਼ ਹੋ ਗਈ ਅੱਜ ਦੀ ਖਬਰ ਛਪਣ ਤੋਂ ਬਾਅਦ ਕਿ ਉਸ ਪੀੜਿਤ ਨੇ ਕਿਹਾ ਮੈਂ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਚਾਹੁੰਦਾ। ਹੁਣ ਕਾਨੂੰਨੀ ਕਾਰਵਾਈ ਦੀ ਤੇ ਗੱਲ ਹੀ ਨਹੀਂ ਹੁੰਦੀ। ਵੈਸੇ ਵੀ ਕਾਨੂੰਨੀ ਤੌਰ ਤੇ ਕਟਾਰੂ ਚੱਕ ਉਹਨਾਂ ਨੂੰ ਮੁਜਰਿਮ ਕਰਾਰ ਦੇਣਾ ਉਹ ਬੜਾ ਔਖਾ ਸੀਗਾ, ਉਹ ਵੀ ਤਦ ਜਦ ਪੋਕਸੋ ਐਕਟ ਨਹੀਂ ਲੱਗਦਾ, ਕੰਸੈਂਟ ਨਾਲ ਜੋ ਕੁਝ ਹੋਇਆ। ਪਰ ਹੋਇਆ ਤੇ ਉਹ ਸਭ ਕੁਝ ਜਿਹੜਾ ਜਿਹਦੀ ਗੱਲ ਮੇਨ ਹੈਗੀ ਆ ਉਹ ਤੇ ਹਜੇ ਤੱਕ ਸਹੀ ਨਹੀਂ ਹੈ ਕਿ ਵੀ ਜੋ ਕੁਝ ਹੋਇਆ ਉਹ ਠੀਕ ਹੋਇਆ ਔਰ ਉਹਦੇ ਵਿੱਚ ਆਥੈਂਟਿਸਿਟੀ ਦੀ ਜਿਹੜੀ ਵੀਡੀਓ ਸੀਗੀ ਭਾਸਕਰ ਸਾਹਿਬ ਇਹਦੇ ਚ ਅਹਿਮ ਮਾਮਲਾ ਇਹ ਆ ਕਿ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੇ ਹਵਾਲੇ ਨਾਲ ਕਿਸੇ ਵੀਡੀਓ 'ਚ ਕਿਸੇ ਵੇਲੇ ਵੀ ਆ ਕੇ ਕਹਿ ਸਕਦੇ ਆ ਕਿ ਅਸੀਂ ਵਿਰੋਧੀਆਂ ਦੇ ਕਿਸੇ ਵੀ ਦਬਾਅ ਥੱਲੇ ਕਦੇ ਕੁਝ ਨਹੀਂ ਕਰਦੇ, ਲੇਕਿਨ ਅਸੀਂ ਕਿਸੇ ਵੀ ਇਸ ਤਰ੍ਹਾਂ ਦੀ ਅਨੈਤਿਕ ਕਾਰਵਾਈ ਦੇ ਨਾਲ ਵੀ ਨਹੀਂ ਹੈ। ਔਰ ਇਸ ਤਰ੍ਹਾਂ ਉਹ ਆਪਣਾ ਦਾਮਨ ਪਾਕ ਸਾਫ਼ ਦਿਖਾਉਣਾ ਚਾਹਣਗੇ। ਇੰਜ ਮੈਨੂੰ ਲੱਗ ਰਿਹਾ ਕਿ ਇਹ ਸਰਕਾਰ ਬੜੇ ਇੱਜ਼ਤ ਮਾਣ ਨਾਲ ਆਪਣੇ ਆਪ ਨੂੰ ਪੇਸ਼ ਕਰੂਗੀ ਕਿ ਅਸੀਂ ਕਿਸੇ ਵਿਅਕਤੀ ਦੇ ਖਿਲਾਫ ਕਿਸੇ ਆਈ ਸ਼ਿਕਾਇਤ ਤੇ ਐਵੇਂ ਨਹੀਂ ਕਾਰਵਾਈ ਕਰ ਦਿੰਦੇ। ਪੂਰੀ ਜਾਂਚ ਕਰਨ ਤੋਂ ਬਾਅਦ ਇੱਕ ਪਹਿਲੂ ਤੋਂ ਅਸੀਂ ਪੂਰਾ ਜਵਾਬ ਦੇ ਕੇ ਸੁਰਖਰੂ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਕਟਾਰੂ ਚੱਕ ਸਾਹਿਬ ਨੂੰ ਡ੍ਰੌਪ ਕੀਤਾ ਜਾਵੇ, ਕਿਉਂਕਿ ਅਸੀਂ ਇਹ ਇਸ ਤਰ੍ਹਾਂ ਹੀ ਅੱਗੇ ਵਧਣਾ ਚਾਹੁੰਦੇ ਹੋ। ਆਪਣਾ ਚਿਹਰਾ ਕਲੀਨ ਦਿਖਾਉਣਾ ਚਾਹੁੰਗੇ। ਮੈਨੂੰ ਲੱਗਦਾ ਇੰਜ ਦੀ ਕਾਰਵਾਈ ਸੰਭਵ ਹੈ, ਹੋ ਸਕਦਾ ਇਹਨੂੰ ਕੁਝ ਦਿਨ ਲੱਗ ਜਾਣ। ਕਾਨੂੰਨੀ ਤੌਰ ਤੇ ਕਟਾਰੂ ਚੱਕ ਉਹਨਾਂ ਭਾਵੇਂ ਬਚ ਗਏ, ਪਰ ਨੈਤਿਕਤਾ ਦੇ ਤੌਰ ਤੇ ਇਹ ਸਵਾਲ ਰਾਜਨੀਤੀ ਦੇ ਖੇਤਰ ਦੇ ਵਿੱਚ ਹਮੇਸ਼ਾ ਤੈਰਦਾ ਰਹੇਗਾ ਕਿ ਕਟਾਰੂ ਚੱਕ ਉਹਨਾਂ ਨੇ ਜੋ ਕੁਝ ਕੀਤਾ, ਕੀ ਆਮ ਆਦਮੀ ਪਾਰਟੀ ਉਸ ਸੋਚ ਦੇ ਨਾਲ ਖੜੀ ਹੈ ਜਾਂ ਫਿਰ ਨੈਤਿਕਤਾ ਦੇ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਸਾਈਡ ਵਿੱਚ ਕਰਕੇ ਆਪੋਜੀਸ਼ਨ ਦੇ ਦਬਾਅ ਦੇ ਵਿੱਚ ਅਸੀਂ ਨਹੀਂ ਆਏ, ਅਸੀਂ ਪੂਰੀ ਕਾਰਵਾਈ ਕੀਤੀ, ਨੈਤਿਕਤਾ ਦੇ ਹਿਸਾਬ ਨਾਲ ਦੋਸ਼ੀ ਪਾਏ ਜਾਣ ਵਾਲੇ ਕਟਾਰੂ ਚੱਕ ਨੂੰ ਅਸੀਂ ਕੱਟਤਾ। ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਏਦਾਂ ਦੀ ਕੋਈ ਸਟੇਟਮੈਂਟ ਆ ਜਾਏ। ਇੰਦਰਪ੍ਰੀਤ ਜੀ, ਕਿਉਂਕਿ ਆਪਾਂ ਵੈਸੇ ਤਾਂ ਕਾਂਗੜ ਸਾਹਿਬ ਵੱਲ ਜਾਣਾ ਸੀਗਾ, ਖਬਰੋਂ ਬੜੀ ਅਹਿਮ ਆ, ਹੁਣ ਥੋੜਾ ਜਿਹਾ ਅੱਗੇ ਲੈ ਜਾਂਦੇ। ਕੋਈ ਜ਼ਿਆਦਤੀ ਆ, ਇੰਜ ਹੋਣਾ ਨਹੀਂ ਚਾਹੀਦਾ। ਵਿਆਹ ਸ਼ਾਦੀਆਂ 'ਚ ਭੰਗੜੇ ਪਾਉਣ ਦੇ ਪਰਿਵਾਰਾਂ 'ਚ ਸਮੇਂ ਬੜੇ ਘੱਟ ਮਿਲਦੇ। ਅੱਜ ਕੱਲ ਵਿਆਹ ਸ਼ਾਦੀਆਂ ਸੁੰਗੜ ਵੀ ਗਈਆਂ। ਸੁਣਿਆ ਕੈਨੇਡਾ 'ਚ ਥੋੜਾ ਲੰਬਾ ਹੋ ਜਾਂਦਾ, ਲੋਕ ਮਿਲਣ ਗਿਲਣ ਦਾ ਤਰੀਕਾ ਲੱਭ ਲੈਂਦੇ ਆ, ਪਰ ਕਾਂਗੜ ਸਾਹਿਬ ਦੇ ਉਹ ਚਾਅ ਅਧੂਰੇ ਹੀ ਮਰ ਗਏ। ਇਹ ਸਦਰਾਂ ਪੜ ਨਾ ਸਕੀਆਂ। ਖੈਰ, ਆਪਾਂ ਚੱਲਦੇ ਹਾਂ ਗਵਰਨਰ ਸਾਹਿਬ ਵਾਲਾ ਮੁੱਦਾ ਨਾਲ ਹੀ ਅਟੈਚ ਕਰੀਏ, ਕਿਉਂਕਿ ਇਹੀ ਮਾਮਲੇ ਸੀ ਜਿਨ੍ਹਾਂ ਦੇ ਉੱਤੇ ਗਵਰਨਰ ਤੇ ਮੁੱਖ ਮੰਤਰੀ 'ਚ ਤਣੀ ਹੋਈ ਸੀ। ਮੈਨੂੰ ਹੁਣ ਇਹ ਸਮਝਾਓ, ਜ਼ਰਾ ਚੰਗੀ ਤਰ੍ਹਾਂ ਸਮਝਾਓ ਕਿ ਗਵਰਨਰ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੱਲ ਕੀਤੀ, ਔਰ ਇਹ ਵੈਸੇ ਤਾਂ ਗਵਰਨਰ ਕਾਫੀ ਅਹਿਮ ਪੋਸਟ ਆ, ਆਪਾਂ ਦੇਖਿਆ ਹੀ ਆ, ਗੈਰ ਰਸਮੀ ਗੱਲਬਾਤ 'ਚ ਵੀ ਆਪਾਂ ਗੱਲ ਕਰ ਰਹੇ ਸੀ ਵੀ ਜਦੋਂ ਵੀਸੀ ਲਾਉਣਾ ਸੀਗਾ ਜੀ ਆਪਣਾ ਫਰੀਦਕੋਟ ਬਾਬਾ ਫਰੀਦ ਯੂਨੀਵਰਸਿਟੀ ਦਾ, ਔਰ ਉਹਨਾਂ ਕੋਲ ਪੈਨਲ 5 ਨਾਵਾਂ ਦਾ ਗਿਆ ਸੀ। 5 ਨਾਵਾਂ 'ਚ ਉਹਦੇ 'ਚ ਤਰਜੀਹਾਂ ਵੀ ਲਿਖੀਆਂ ਹੁੰਦੀਆਂ ਹੋਣਗੀਆਂ। ਹੋ ਸਕਦਾ ਕਿਸੇ ਪੱਧਰ ਤੇ ਗਵਰਨਰ ਸਾਹਿਬ ਨਾਲ ਡਿਸਕਸ਼ਨ ਵੀ ਹੁੰਦੀ ਹੋਵੇ, ਪਰ ਜਦੋਂ ਹਾਲਾਤ ਇਦਾਂ ਦੇ ਬਣੇ ਹੋਣ ਡਿਸਕਸ਼ਨ ਘੱਟ ਹੁੰਦੀ ਹੈ। ਜੇ ਹੁੰਦੀ ਵੀ ਹੋਵੇ ਤੇ ਅਗਲਾ ਕਿਉਂ ਤਵੱਜੋ ਦਊਗਾ। ਸੋ ਜਿਹੜਾ ਇਲਜ਼ਾਮ ਝੱਟ ਦੇਣੇ ਟਵੀਟ ਕਰਕੇ ਸੁਖਬੀਰ ਬਾਦਲ ਨੇ ਇਹ ਸਰਕਾਰ ਤੇ ਲਾਤਾ, ਬਿਲੋ ਇੱਕ ਹੋਰ ਦਿੱਲੀ ਤੋਂ ਚੁਣ ਲਿਆ। ਜਿਹੜੇ ਜਾਣਕਾਰ ਦੱਸਦੇ ਆ ਵੀ ਪੰਜਾਬ ਦੀ ਗਵਰਨਮੈਂਟ ਨੇ ਤਾਂ ਪੰਜਾਬ ਵਾਲੇ ਵੀ ਭੇਜੇ ਸੀ ਨਾ। ਸੋ ਪੰਜਾਬ ਵਾਲਿਆਂ ਨੇ ਤਾਂ ਉਹ ਬਾਲ ਜਿਹੜੀ ਸੀ ਗਵਰਨਰ ਦੀ ਕੋਰਟ 'ਚ, ਗਵਰਨਰ ਹਾਊਸ, ਜਿਹਦੇ ਬਾਰੇ ਭਗਵੰਤ ਮਾਨ, ਜਿੱਥੋਂ ਗਵਰਨਰ ਸਾਹਿਬ ਨੂੰ ਗੁੱਸਾ ਚੜਿਆ ਵੀ ਉਹ ਤਾਂ ਹੈੱਡਕੁਆਟਰ ਹੀ ਨੇ, ਮਤਲਬ ਉਹ ਤਾਂ ਬਸ ਬੋਰਡ ਹੀ ਲੱਗਣਾ ਬਾਕੀ ਹੈ ਨਾ। ਗਵਰਨਰ ਸਾਹਿਬ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਿਲੈਕਸ਼ਨਸ ਨੇ ਉਹ ਕਰਨੀਆਂ ਹੁੰਦੀਆਂ। ਇਹਦਾ ਮਤਲਬ ਹੈ ਗਵਰਨਰ ਕੋਈ ਘੱਟ ਅਹਿਮ ਅਹੁਦਾ ਨਹੀਂ। ਜੇ ਇਹ ਟਕਰਾਅ ਨੇ, ਇਹ ਟਕਰਾਅ ਕੱਲ ਕਿਉਂ ਵਧਿਆ? ਪਰਸੋਂ ਦੀ ਰੈਲੀ ਤੋਂ ਬਾਅਦ ਵਧਿਆ, ਜਾਂ ਫਿਰ ਜਿਹੜੀ ਮੁੱਖ ਮੰਤਰੀ ਨੇ ਗਵਰਨਰ ਦੇ ਮਿਹਣੇ ਵਾਲੀ ਗੱਲ ਵੀਡੀਓ ਰੂਪ 'ਚ ਪੇਸ਼ ਕੀਤੀ, ਉਹ ਵੀਡੀਓ ਹੈਗੀ ਵਿਧਾਨ ਸਭਾ ਦੀ, ਤੇ ਉਹ ਵੀਡੀਓ ਕਿਸੇ ਕੋਲ ਅਵੇਲੇਬਲ ਨਹੀਂ ਸੀ, ਪੱਤਰਕਾਰਾਂ ਕੋਲ ਵੀ ਹੈ ਨਹੀਂ, ਉਦੋਂ ਸ਼ਾਇਦ ਲਾਈਵ ਵੀ ਨਹੀਂ ਸੀ ਚੱਲ ਰਿਹਾ ਜੇ ਮੈਂ ਗਲਤ ਨਹੀਂ। ਉਹ ਵੀਡੀਓ ਕਢਾ ਕੇ ਤੇ ਉਹ ਟਵਿੱਟਰ ਤੇ ਪਾਈ ਗਈ ਹੈ। ਸੋ ਇਹ ਲੜਾਈ ਕੀ ਹੁਣ ਨੈਕਸਟ ਲੈਵਲ ਤੇ ਚਲੇਗੀ। ਹੁਣ ਇਹ ਲੜਾਈ ਦੇ ਅਗਲੇ ਮਾਇਨੇ ਕੀ ਆ? ਤੁਹਾਨੂੰ ਲੱਗਦਾ ਕਿ ਕੇਂਦਰ ਦਖਲ ਦੇਊਗਾ? ਪੰਜਾਬ ਸਰਕਾਰ ਸੈਸ਼ਨ ਬੁਲਾਉਣ ਵਾਲੀ ਆ, ਜਿਹੜੇ ਵੀ ਮਤੇ ਲਿਆਂਦੇ ਜਾਣਗੇ, ਐਕਟ ਬਣਾਏ ਜਾਂਦੇ, ਗਵਰਨਰ ਕੋਲ ਜਾਣੇ ਹੁੰਦੇ, ਗਵਰਨਰ ਰੱਖ ਕੇ ਬੈਠੇ ਰਹਿੰਦੇ, ਰੌਲੇ ਪੈਂਦੇ। ਜੇ ਗਵਰਨਰ ਉਹਨੂੰ ਛੇਤੀ ਦੇਣੇ ਸਾਈਨ ਨਹੀਂ ਕਰੂ, ਜਾਂ ਕਿਸੇ ਨਾਲ ਆਪਣੀ ਰਿਕਮੈਂਡੇਸ਼ਨ ਲਾ ਕੇ ਰਾਸ਼ਟਰਪਤੀ ਨੂੰ ਭੇਜ ਦੋ, ਜਾਂ ਗਾਂ ਕਿਤੇ ਕੋਰਟ ਦੀ ਸਲਾਹ ਨੂੰ ਭੇਜ ਦੋ, ਸੋ ਮਾਮਲੇ ਫਸੇ ਰਹਿਣਗੇ। ਮਤਲਬ ਇਹ ਟਕਰਾਅ ਜਿਹੜਾ ਪੰਜਾਬ ਦੇ ਸਮੁੱਚੇ ਮਾਮਲਿਆਂ ਨੂੰ ਭਾਰੀ ਪੈਣ ਵਾਲਾ ਹੈ, ਉਹਨਾਂ ਨੂੰ ਓਵਰਸ਼ੈਡੋ ਕਰਨ ਵਾਲਾ, ਫੈਸਲੇ ਲੈਣ 'ਚ ਦੇਰੀ ਹੋਣ ਵਾਲੀ ਹੈ। ਆਪਾਂ ਦੇਖ ਰਹੇ ਇਹ ਲੜਾਈ ਹੁਣ ਸਿੱਧੀ ਹੋ ਗਈ ਹੈ। ਪਹਿਲਾਂ ਥੋੜੀ ਝਿਜਕੇ ਸੀ, ਇੱਕ ਦੂਜੇ ਦਾ ਲਿਹਾਜ਼ ਸੀ, ਸ਼ਬਦਾਂ ਸ਼ੁਬਦਾਂ ਦਾ ਲਿਹਾਜ਼ ਸੀ। ਮੈਨੂੰ ਨਹੀਂ ਲੱਗਦਾ ਹੁਣ ਲਿਹਾਜ਼ ਕਿਤੇ ਰਿਹਾ। ਪੰਜਾਬ ਭੁਗਤੂ ਇਹਨਾਂ ਗੱਲਾਂ ਨੂੰ। ਰੰਧਾਵਾ ਸਾਹਿਬ, ਮੈਨੂੰ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਇੱਕ ਵੱਖਰੀ ਰਾਜਨੀਤੀ ਜਾਂ ਸਿਸਟਮ
ਬਣਾਉਣ ਦੇ ਵਿੱਚ ਲੱਗੀ ਹੋਈ ਹੈ, ਜਿਹਦੇ ਵਿੱਚ ਗਵਰਨਰ ਦੀ ਪੋਸਟ ਮਤਲਬ ਐ ਲੱਗ ਰਿਹਾ ਜਿਵੇਂ ਉਹ ਮਾਈਨਸ ਕਰਨਾ ਚਾਹੁੰਦੇ ਆ। ਉਹ ਹਰ ਵਾਰ ਜਦੋਂ ਗੱਲ ਕਰਦੇ ਆ ਵੀ ਚੁਣੀ ਹੋਈ ਸਰਕਾਰ ਕੋਲੇ ਹੀ ਸਾਰੇ ਫੈਸਲੇ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ, ਤੇ ਗਵਰਨਰ ਤਾਂ ਇਹ ਖਤਮ ਹੀ ਹੋਣੀ ਚਾਹੀਦੀ ਹੈ ਪੋਸਟ। ਅੰਗਰੇਜ਼ਾਂ ਦੇ ਟਾਈਮ ਦੀ, ਕਿਸੇ ਟਾਈਮ ਅੰਗਰੇਜ਼ ਗਵਰਨਰਾਂ ਰਾਹੀਂ ਆਪਣੇ ਰੂਲ ਕਰਦੇ ਸੀਗੇ, ਤਾਂ ਹੁਣ ਉਹ ਸਿਸਟਮ ਨਹੀਂ ਰਹੇ। ਹੁਣ ਲੋਕ ਰਾਜੀ ਸਿਸਟਮ ਹੈ, ਤੇ ਲੋਕ ਰਾਜੀ ਸਿਸਟਮ ਦੇ ਵਿੱਚ ਗਵਰਨਰ ਦਾ ਕੋਈ ਮਤਲਬ ਹੈ ਨਹੀਂ ਹੈ। ਸੋ ਇਸ ਤਰ੍ਹਾਂ ਦਾ ਸਿਸਟਮ ਉਹ ਅਡਾਪਟ ਕਰਨਾ ਚਾਹੁੰਦੇ। ਇਸ ਕਰਕੇ ਬਾਰ-ਬਾਰ ਜਿਹੜਾ ਹੈਗਾ, ਚਾਹੇ ਉਹ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਨਾਲ ਲੜਾਈ ਦੇ ਵਿੱਚ ਪਏ ਹੋਣ, ਚਾਹੇ ਹੁਣ ਇੱਥੇ ਪੰਜਾਬ ਜਿੱਥੇ ਉਹ ਦੂਜੀ ਸਰਕਾਰ ਹੁੰਦੀ ਪੰਜਾਬ ਤੇ ਪੰਜਾਬ ਦੇ ਵਿੱਚ ਪਏ ਹੋਣ, ਤੁਸੀਂ ਦੇਖੋ ਉੱਥੇ ਵੀ ਉਸੇ ਕਿਸਮ ਦਾ ਹੀ ਹੈ। ਜਦੋਂ ਮੁੱਖ ਮੰਤਰੀ ਇਹ ਕਹਿੰਦੇ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇ ਹਾਂ, ਮੈਂ ਇੱਕ ਨਿਯੁਕਤ ਕੀਤੇ ਹੋਏ ਕੇਂਦਰ ਦੇ ਅਧਿਕਾਰੀ ਨੂੰ ਜਾਂ ਇੱਕ ਗਵਰਨਰ ਨੂੰ ਜਵਾਬ ਦੇ ਨਹੀਂ ਹੈਗਾ, ਤਾਂ ਉਹਨਾਂ ਦੀ ਮਨਸ਼ਾ ਸਾਫ਼ ਹੈ ਕਿ ਪਾਰਟੀ ਕਿਸ ओर ਵੱਧ ਰਹੀ ਹੈ। ਸੋ ਇਹ ਵੀ ਮਾਮਲਾ ਸੇਮ ਉਸੇ ਦਾ। ਪਰ ਜਦ ਤੱਕ ਇਹ ਸਿਸਟਮ ਚੇਂਜ ਨਹੀਂ ਹੁੰਦੇ, ਸਿਸਟਮ ਤਾਂ ਹਜੇ ਤੱਕ ਇਹੀ ਰਹਿਣੇ ਨੇ ਨਾ ਜੀ। ਉਹਦੇ ਵਿੱਚ ਗਵਰਨਰ ਦੀ ਜਿਹੜੀ ਇੱਕ ਪੋਸਟ ਹੈ ਉਹ ਬੜੀ ਅਹਿਮ ਪੋਸਟ ਹੈ, ਜਿਹਦੇ ਰਾਹੀਂ ਕਾਫੀ ਚੀਜ਼ਾਂ ਹੱਲ ਹੁੰਦੀਆਂ ਨੇ। ਸਪੋਜ਼ ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ ਵਾਈਸ ਚਾਂਸਲਰ ਲਗਾਉਣ ਦੀ, ਠੀਕ ਹੈ ਤੁਹਾਡੀ ਗੱਲ ਕਿ 5 ਪੈਨਲ 'ਚ 5 ਨਾਮ ਗਏ ਸੀ, ਉਹਨਾਂ 'ਚੋਂ ਇੱਕ ਜਿਹੜੇ ਹੈਗੇ ਆ ਰਾਜੀਵ ਸੂਦ ਉਹ ਚੁਣ ਲਏ ਗਏ ਆ। ਹੁਣ ਉਹ ਨਾਮ ਇੱਕ ਇਦਾਂ ਦਾ ਹੈ ਜਿਹੜਾ ਸਾਬਕਾ ਰਾਸ਼ਟਰਪਤੀ ਦੇ ਯੂਰੋਲੋਜਿਸਟ ਵੀ ਰਹਿ ਚੁੱਕੇ ਆ। ਮਤਲਬ ਅਸੀਂ ਕਹਿਣ ਤੋਂ ਭਾਵ ਹੈ ਵੀ ਉਹ ਕੋਈ ਜੇ ਉਹਨਾਂ ਦੀ ਕੋਈ ਡਿਗਰੀ ਤੇ ਜਾਂ ਉਹਨਾਂ ਦੇ ਮਤਲਬ ਉਸ ਤੇ ਦੇਖੀਏ ਉਹ ਕੋਈ ਘੱਟ ਨਹੀਂ ਹੈ। ਠੀਕ ਹੈ, ਉਹ ਜੇ ਸੁਖਬੀਰ ਬਾਦਲ ਇਹ ਗੱਲ ਕਹਿ ਰਿਹਾ ਵੀ ਬਾਹਰ ਦਾ ਚੁਣेंगे, ਤੇ ਕਈ ਵਾਰੀ ਬਾਹਰ ਦੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਲੈਣਾ ਹੀ ਨਹੀਂ। ਜੇ ਉਹ ਸਾਡੇ ਬੰਦਿਆਂ ਨਾਲੋਂ ਜ਼ਿਆਦਾ ਕਾਬਲ ਹੈ ਤੇ ਲੈਣ 'ਚ ਵੀ ਕੀ ਹਰਜ ਹੈ, ਉਹ ਵੀ ਲੈਂਦੇ ਰਹੇ ਇੱਥੇ। ਇਸ ਤਰ੍ਹਾਂ ਤਾਂ ਹੈ ਨਹੀਂ ਹੈ ਕਿ ਉਹ ਨਹੀਂ ਲੈਂਦੇ ਰਹੇ। ਕਈ ਵਾਰ ਇਹੋ ਜਿਹਾ ਇੱਕ ਬੰਦਾ ਹੀ ਤੁਹਾਡੀ ਯੂਨੀਵਰਸਿਟੀ ਦਾ ਨਾਮ ਬਹੁਤ ਉੱਚਾ ਲੈ ਕੇ ਚਲਾ ਜਾਂਦਾ ਹੈ। ਸੋ ਇਹ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਸਥਿਤੀ ਹੈ ਉਹ ਇਹੀ ਹੈ ਕਿ ਸਾਡੀ ਇਸ ਯੂਨੀਵਰਸਿਟੀ ਦਾ ਨਾਮ ਬਹੁਤ ਖਰਾਬ ਹੋ ਚੁੱਕਿਆ। ਕੀ ਅਸੀਂ ਕੋਈ ਇਹੋ ਜਿਹਾ ਬੰਦਾ ਲਿਆ ਕੇ ਇੱਥੇ ਕੰਮ ਕਰ ਸਕਦੇ ਕਿ ਉਹ ਯੂਨੀਵਰਸਿਟੀ ਬਹੁਤ ਉੱਪਰ ਆ ਜਾਏ, ਉਹਦਾ ਨਾਮ ਬਹੁਤ ਬਣ ਜਾਏ। ਸੋ ਚਲੋ ਇਹ ਇੱਕ ਡਿਸਕਸ਼ਨ ਦੇ ਮਾਮਲੇ ਹੋ ਸਕਦੇ ਆ ਵੀ ਲਿਆਣਾ ਬਣਦਾ ਸੀ ਕਿ ਨਹੀਂ ਬਣਦਾ ਸੀ, ਆਪਣੇ ਲੋਕਾਂ ਨੂੰ ਲੈਣਾ ਬਣਦਾ। ਪਰ ਮੈਂ ਜਿਹੜੀ ਗੱਲ ਕਰ ਰਿਹਾ ਮੁੱਖ ਮੰਤਰੀ ਤੇ ਗਵਰਨਰ ਦੇ ਵਿੱਚ ਜਿਹੜੇ ਰਿਲੇਸ਼ਨ ਨੇ, ਉਹਦੀ ਮੁੱਖ ਮੰਤਰੀ ਤੇ ਗਵਰਨਰ ਦੇ ਰਿਲੇਸ਼ਨ ਜਿਉਂ ਖਰਾਬ ਹੋਈ ਜਾ ਰਹੇ ਨੇ, ਤਿਉਂ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋਈ ਜਾ ਰਿਹਾ। ਹਰ ਚੀਜ਼ ਦੇਖੋ ਗਵਰਨਰ ਦੇ ਥਰੂ ਜਾਣੀ ਹੈ, ਚਾਹੇ ਉਹ ਰਾਸ਼ਟਰਪਤੀ ਕੋਲ ਜਾਣੀ ਹੋਵੇ ਚਾਹੇ ਕੇਂਦਰ ਸਰਕਾਰ ਕੋਲ ਜਾਣੀ ਹੋਵੇ। ਹਰ ਚੀਜ਼ ਜਦੋਂ ਗਵਰਨਰ ਦੇ ਥਰੂ ਜਾਣੀ ਹੈ, ਤਾਂ ਜਿਹੜੀ ਚੀਜ਼ ਸਰਕਾਰ ਕਰਨਾ ਚਾਹੁੰਦੀ ਹੈ, ਅਗਰ ਰਿਲੇਸ਼ਨ ਠੀਕ ਨਹੀਂ ਹੋਣਗੇ ਤਾਂ ਹੋਣਗੇ ਕਿਵੇਂ? ਮੇਰੇ ਪਹਿਲੇ ਵੀ ਇੱਕ ਆਫੀਸਰ ਨਾਲ ਗੱਲ ਹੋਈ ਸੀ ਜਿਹੜੇ ਸੀਐਮਓ 'ਚ ਬੜੇ ਵੱਡੇ ਅਧਿਕਾਰੀ ਰਹੇ ਹੈ। ਉਹ ਕਹਿੰਦੇ ਹੁੰਦੇ ਸੀ ਕਿ ਹਰ ਚੀਜ਼ ਦਾ ਫੈਸਲਾ ਤਾਂ ਗਵਰਨਰ ਸਾਹਿਬ ਹੀ ਕਰਦੇ ਆ, ਪਰ ਅਸੀਂ ਮਤਲਬ ਜੇ ਰਿਲੇਸ਼ਨ ਜਿਵੇਂ ਚੀਫ ਮਿਨਿਸਟਰ ਸਾਹਿਬ ਦੇ ਬੜੇ ਅੱਛੇ ਹੁੰਦੇ ਸੀ, ਉਹ ਪਹਿਲਾਂ ਹੀ ਗਵਰਨਰ ਸਾਹਿਬ ਨਾਲ ਗੱਲ ਕਰ ਲੈਂਦੇ ਸੀ ਕਿ ਅਸੀਂ ਆਹ ਬੰਦੇ ਨੂੰ ਲਗਾਉਣਾ ਚਾਹੁੰਦੇ ਹਾਂ ਕਿਸੇ ਵੀ ਪੋਸਟ ਉੱਤੇ ਨਾ, ਤਾਂ ਗਵਰਨਰ ਸਾਹਿਬ ਓਕੇ ਕਰ ਦਿੰਦੇ ਸੀ, ਕੋਈ ਦਿੱਕਤ ਨਹੀਂ ਸੀ ਹੁੰਦੀ। ਪਰ ਇੱਥੇ ਇੱਕ ਜਦੋਂ ਬਹੁਤ ਜ਼ਿਆਦਾ ਦੇਖੋ, ਹੁਣ ਤਾਂ ਪਹਿਲਾਂ ਤਾਂ ਸਿਰਫ ਚੀਫ ਮਿਨਿਸਟਰ ਕਰ ਰਹੇ ਸੀਗੇ, ਹੁਣ ਉਹਨਾਂ ਦੇ ਮਿਨਿਸਟਰ ਚਾਹੇ ਹਰਪਾਲ ਚੀਮਾ ਹੋਣ, ਉਹਨਾਂ ਦੇ ਪ੍ਰਵਕਤਾ ਮਲਵਿੰਦਰ ਕੰਗ ਹੋਣ ਜਾਂ ਹੋਰ ਇਸ ਤੋਂ ਵੀ ਥੱਲੜੇ ਜਿਹੜੇ ਬੰਦੇ ਹੈਗੇ ਨੇ, ਉਹ ਵੀ ਗਵਰਨਰ ਸਾਹਿਬ ਪ੍ਰਤੀ ਬੜੀ ਅਭਦਰ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਆ ਦੋ ਪਹਿਲੂ। ਪਹਿਲੀ ਗੱਲ ਤਾਂ ਇਹ ਕਿ ਜਿਹੜੇ ਤੁਸੀਂ ਪਹਿਲੇ ਮੁੱਖ ਮੰਤਰੀ ਤੇ ਗਵਰਨਰ ਦੀ ਗੱਲ ਕਰ ਰਹੇ ਸੀਗੇ ਨਾ, ਉਹ ਮੁੱਖ ਮੰਤਰੀ ਗਵਰਨਰਾਂ ਦਾ ਧਿਆਨ ਵੀ ਰੱਖਦੇ ਸੀ। ਗਵਰਨਰ ਸਾਹਿਬ ਨੂੰ ਉੱਡਣ ਖਟੋਲਾ ਚਾਹੀਦਾ ਤੇ ਉਹ ਮਿਲ ਜਾਂਦਾ ਸੀ। ਜਦੋਂ ਗਵਰਨਰ ਸਾਹਿਬ ਨੇ ਕਿਤੇ ਜਾਣਾ ਹੁੰਦਾ ਸੀ, ਗਵਰਨਰ ਸਾਹਿਬ ਦੀ ਸੁੱਖ ਸਹੂਲਤ ਲਈ ਆਪਣਾ ਇੱਕ ਅਧਿਕਾਰੀ ਪ੍ਰੋਟੋਕਾਲ ਅਫਸਰ ਲਾਇਆ ਹੁੰਦਾ ਸੀ। ਗਵਰਨਰ ਸਾਹਿਬ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ, ਜਿਹੜਾ ਉਹ ਹਜ਼ੂਰ, ਮਾਈ ਲਾਰਡ, ਬਾਕੀ ਸਾਰੇ ਸ਼ਬਦ ਮੇਰੀ ਤੇ ਅੰਗਰੇਜ਼ੀ ਉਦਾਂ ਦੀ ਟੁੱਟੀ ਫੁੱਟੀ, ਉਹ ਸਾਰੇ ਸ਼ਬਦ ਉੱਥੇ ਵਰਤੇ ਜਾਂਦੇ ਸੀ। ਗਵਰਨਰ ਐ ਸੈਟੀਸਫਾਈ ਹੁੰਦੇ ਸੀ, ਗੋਲਫ ਖੇਡਦੇ ਸੀ, ਸਵਿਮਿੰਗ ਕਰਦੇ ਸੀ। ਮੈਨੂੰ ਤਾਂ ਵੀ ਪਤਾ ਲੱਗਿਆ ਸੀ ਵੀ ਉੱਥੇ ਸਵਿਮਿੰਗ ਪੂਲ ਵੀ ਜਿਹੜਾ ਉਹ ਪਾਣੀ ਗਰਮ ਵੀ ਸਰਦੀਆਂ 'ਚ ਹੋ ਕੇ ਬੜਾ, ਚਲੋ ਖੈਰ ਮੈਂ ਕੌਣ ਹੁੰਦਾ ਇਹ ਗੱਲਾਂ ਕਰਨ ਵਾਲਾ। ਪਰ ਹੁਣ ਵਾਲੇ ਸ਼ਾਇਦ ਉਹ ਪ੍ਰੋਟੋਕਾਲ ਜਾਂ ਧਿਆਨ ਤੇ ਉਹਨੂੰ ਘੱਟ ਹੀ ਰੱਖਦੇ ਆ। ਇਹ ਗਵਰਨਰ ਵੀ ਕੋਈ ਘੱਟ ਅਹਿਮ ਨਹੀਂ ਹੈਗੇ, ਇਹਨਾਂ ਦਾ ਆਪਣਾ ਬੜਾ ਤਾਮਝਾਮ ਹੈ। ਬੜੀ ਵਾਰੀ ਇਹ ਪਾਰਲੀਮੈਂਟ 'ਚ ਤੇ ਫਿਰ ਬਾਕੀ ਚੀਜ਼ਾਂ ਨਿੱਜੀ ਤੌਰ ਤੇ ਵੀ ਉਹ ਕਾਫੀ। ਪਰ ਸਵਾਲ ਇੱਕ ਗੱਲ ਦਾ ਹੈ ਵੀ ਆਖਿਰ ਗਵਰਨਰ ਕਦੇ ਪ੍ਰੈਸ ਕਾਨਫਰੰਸਿਸ ਕਰਦੇ ਹੁੰਦੇ? ਗਵਰਨਰ ਉਹਦੇ ਵਿੱਚ ਕੀ ਉਹਨਾਂ ਵੋਟਾਂ ਲੈਣੀਆਂ, ਕੀ ਉਹਨਾਂ ਨੇ ਕੋਈ ਇਲੈਕਸ਼ਨ ਲੜਨੀ? ਗਵਰਨਰ ਸਾਹਿਬ ਇੱਕ ਹੋਰ ਚਿੱਠੀ ਠੋਕਵੀਂ ਲਿਖ ਦਿੰਦੇ, ਚਿੱਠੀ ਲਿਖ ਕੇ ਅੱਗੇ ਨਹੀਂ ਲੀਕ ਹੁੰਦੀਆਂ ਚਿੱਠੀਆਂ, ਚਿੱਠੀ ਟਿਕਾਣੇ ਤੇ ਪਹੁੰਚਣ ਤੋਂ ਪਹਿਲਾਂ ਪ੍ਰੈਸ ਦੇ ਹੱਥ 'ਚ ਹੁੰਦੀ ਹੈ, ਉਹ ਫਿਰ 94 ਪੱਤਰਕਾਰਾਂ ਕੋਲ ਹੁੰਦੀ ਹੈ, 94 ਨਿਊਜ਼ਪੇਪਰ ਜਾਂ ਟੀਵੀ ਚੈਨਲਾਂ ਕੋਲ ਜਾਂਦੀ ਹੈ। ਇਹ ਇਦਾਂ ਭਗਵੰਤ ਮਾਨ ਦੀ ਸਰਕਾਰ ਕਰ ਰਹੀ। ਤੁਹਾਨੂੰ ਵੀ ਪਤਾ ਕਿਹੜੀ ਖਬਰ ਕੱਢੀ ਜਾਣੀ ਹੈ ਤੇ ਕਦੋਂ ਕੱਢੀ ਜਾਣੀ ਹੈ, ਉਹ ਸਰਕਾਰ ਨੂੰ ਕਿੱਦਾਂ ਵਾਰਾ ਖਾਂਦੀ ਹੈ, ਸਾਰਾ ਕੁਝ ਹੁਣ ਵੀ ਹੋ ਰਿਹਾ।
ਗਵਰਨਰ ਸਾਹਿਬ ਵੀ ਉਸੇ ਪੈਟਰਨ ਤੇ ਚੱਲ ਰਹੇ ਆ। ਮੈਨੂੰ ਲੱਗਦਾ ਇਹ ਜਿਹੜੀ ਗੇਮ ਆ ਨਾ, ਇਹ ਗੇਮ ਖੇਡ ਰਹੇ ਨੇ, ਗੇਮ ਖੇਡਣੀ ਸਿੱਖ ਗਏ ਨੇ। ਮੈਂ ਇਹਦੇ ਸਿਰਫ ਇੰਨੀ ਕੀ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਕੱਲ ਵਾਲੀ ਪ੍ਰੈਸ ਕਾਨਫਰੰਸ ਹੈਗੀ ਹੈ ਉਹ ਉਹਨਾਂ ਨੇ ਐਜ਼ ਗਵਰਨਰ ਨਹੀਂ ਕੀਤੀ ਹੋਈ, ਉਹ ਐਜ਼ ਯੂਟੀ ਪ੍ਰਸ਼ਾਸਕ ਕੀਤੀ ਹੋਈ ਹੈ। ਕੱਲ ਉਹਨਾਂ ਨੇ ਕਿੱਥੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਜੈਕਟ ਲੱਗ ਰਿਹਾ ਹੈਗਾ ਡੰਪਿੰਗ ਹਾਊਸ ਦਾ, ਉਹਦੇ ਤੇ ਪ੍ਰੈਸ ਕਾਨਫਰੰਸ ਸੀ, ਜਿਸ ਦੇ ਉੱਤੇ ਉਹ ਤਾਂ ਚਲੋ ਫਿਰ ਇੰਨਾ ਦਿਲਚਸਪ ਨਹੀਂ ਹੁੰਦਾ ਮੀਡੀਆ ਵਾਸਤੇ, ਲੇਕਿਨ ਮੀਡੀਆ ਵਾਸਤੇ ਗਵਰਨਰ ਦਾ ਪ੍ਰੈਸ ਕਾਨਫਰੰਸ ਕਰਨਾ ਇੰਪੋਰਟੈਂਟ ਹੁੰਦਾ, ਲੇਕਿਨ ਸਵਾਲ ਜਿਹੜੇ ਹੈਗੇ ਆ ਉਹ ਸੀਐਮ ਦੇ ਉੱਤੇ ਹੋ ਗਏ। ਦੇਖੋ ਉਹ ਖਬਰ ਛਪੀ ਆ, ਉਹ ਇੰਡੀਅਨ ਐਕਸਪ੍ਰੈਸ ਵਰਗੇ ਅਖਬਾਰ ਨੇ ਵੀ ਚੰਡੀਗੜ੍ਹ ਦੇ ਪੇਜ ਤੇ ਛਾਪੀ, ਠੀਕ ਹੈ, ਜਿੱਥੇ ਗਵਰਨਰ ਦਾ ਏਜੰਡਾ ਜੋ ਪ੍ਰੈਸ ਕਾਨਫਰੰਸ ਦਾ ਸੀ। ਲੇਕਿਨ ਗਵਰਨਰ ਸਾਹਿਬ ਨੂੰ ਪਤਾ ਹੈ ਕਿ ਕਿਹੜੇ ਮੰਚ ਤੋਂ ਕਿਹੜੀ ਗੱਲ ਕਰਨੀ ਹੈ, ਔਰ ਇਹ ਗੱਲ ਵੀ ਪਤਾ ਹੈ ਕਿ ਉਹ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਨੂੰ, ਦਿਹਾਤੀਆਂ ਨੂੰ ਉਹਨਾਂ ਮੁੱਦਿਆਂ ਤੇ ਮਿਲ ਰਹੇ ਸੀ। ਉੱਥੇ ਉਹਨਾਂ ਨੇ ਇੱਕ ਸਿੰਪਲ 2 ਲਾਈਨਾਂ ਬੋਲੀਆਂ, ਇੱਕ ਪੱਤਰਕਾਰ ਨੇ ਸਵਾਲ ਪੁੱਛਿਆ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਕਦੋਂ ਕਿੱਥੇ ਕਿਸ ਤਰ੍ਹਾਂ ਹਾਈਲਾਈਟ ਕਰਨੀਆਂ, ਗਵਰਨਰ ਸਾਹਿਬ ਕੋਈ ਕਾਕੇ ਥੋੜੀ ਹੈ, ਬੜੇ ਮੰਜੇ ਹੋਏ ਖਿਡਾਰੀ ਆ। ਦੇਖੋ ਸੱਟ ਟਿਕਾਣੇ ਦੀ ਹੈ ਪ੍ਰੈਸ ਕਾਨਫਰੰਸ, ਤੁਸੀਂ ਕਿਸੇ ਵੀ ਮੁੱਦੇ ਤੇ ਸੱਦੋ, ਬੋਲੋ ਕੁਝ ਵੀ। ਸਵਾਲ ਤਾਂ ਇਹ ਹੈ ਕਿ ਜਦੋਂ ਤੁਸੀਂ ਬੋਲ ਰਹੇ ਹੋ, ਬਹੁਤ ਵਾਰੀ ਗਵਰਨਰ, ਬਹੁਤ ਵਾਰੀ ਮੁੱਖ ਮੰਤਰੀ ਅੱਖ ਹੀ ਨਹੀਂ ਕਰਦੇ ਪੱਤਰਕਾਰਾਂ ਵੱਲ। ਜਦੋਂ ਜਿਹੜਾ ਟੇਢਾ ਸਵਾਲ ਪੁੱਛ ਰਿਹਾ ਹੋਵੇ ਉਹਦੇ ਵੱਲ ਵੇਖਦੇ ਤੱਕ ਨਹੀਂ। ਤੁਸੀਂ ਤਾਂ ਰੋਜ਼ ਫੇਸ ਕਰਦੇ ਹੋ, ਕਿੰਨੇ ਕੁ ਸਵਾਲਾਂ ਦੇ ਜਵਾਬ ਭਗਵੰਤ ਮਾਨ ਦੇ ਦਿੰਦੇ ਆ ਬਿਨਾਂ ਇੱਛਾ ਦੇ, ਕਿੰਨੇ ਕੁ ਸਵਾਲਾਂ ਦੇ ਜਵਾਬ ਗਵਰਨਰ ਵਰਗੇ ਉਹਦੇ ਤੇ ਬੈਠਾ ਬੰਦਾ ਜਿਹੜਾ ਦੇ। ਸੋ ਇਹ ਸਾਰੀਆਂ ਚੀਜ਼ਾਂ ਟਾਰਗੇਟਡ ਨੇ, ਫੋਕਸਡ ਨੇ, ਪਤਾ ਹੈ ਕਿ ਅਸੀਂ ਕਰਨਾ ਤੇ ਕੀਤੀਆਂ ਜਾ ਰਹੀਆਂ। ਹਾਂਜੀ ਭਾਸਕਰ ਸਾਹਿਬ। ਬੇਸਿਕਲੀ ਜਿਹੜੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਰੂਪ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਜਦ ਪੱਤਰਕਾਰ ਨੇ ਸਵਾਲ ਭਗਵੰਤ ਸਿੰਘ ਮਾਨ ਉਹਨਾਂ ਦਾ ਪੁੱਛ ਲਿਆ, ਤੁਹਾਨੂੰ ਯਾਦ ਹੋਏਗਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਅਗਲਾ ਸਵਾਲ ਵੀ ਕਿਸੇ ਪੱਤਰਕਾਰ ਨੇ ਨਾਲ ਹੀ ਪੁੱਛ ਲਿਆ ਸੀ ਤੇ ਗਵਰਨਰ ਸਾਹਿਬ ਨੇ ਰੋਕਿਆ ਸੀ, ਨਹੀਂ ਪਹਿਲੇ ਮੈਨੂੰ ਇਹਨਾਂ ਦੇ ਸਵਾਲ ਦਾ ਜਵਾਬ ਦੇ ਲਓ। ਯਾਨੀ ਉਹਨਾਂ ਨੂੰ ਬੜਾ ਇੰਟਰਸਟ ਸੀਗਾ ਉਸ ਜਵਾਬ ਦੇਣ ਦੇ ਵਿੱਚ, ਔਰ ਉਹ ਦਿੱਤਾ ਵੀ। ਔਰ ਪੂਰੀ ਸੋਲਿਡ ਵੇਸਟ ਮੈਨੇਜਮੈਂਟ ਦੇ ਉੱਤੇ ਉਹ ਪ੍ਰੈਸ ਕਾਨਫਰੰਸ ਸੀਗੀ। ਉਹਦੇ ਉੱਤੇ ਮੈਂ ਤੇ ਕੋਈ ਖਬਰ ਪੜ੍ਹੀ ਨਹੀਂ, ਪਰ ਇਹ ਭਗਵੰਤ ਮਾਨ ਸਰਕਾਰ ਦੇ ਨਾਲ ਜਾਂ ਮੁੱਖ ਮੰਤਰੀ ਨਾਲ ਜਿਹੜਾ ਤਕਰਾਰ ਚੱਲ ਰਿਹਾ, ਉਹਦੀ ਖਬਰਾਂ ਅੱਜ ਪੂਰੀ ਵੱਡੇ ਤੌਰ ਤੇ ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ। ਹੁਣ ਗਵਰਨਰ ਤੇ ਇਲੈਕਟਿਡ ਗਵਰਨਮੈਂਟ ਦੀ ਜਿਹੜੀ ਰਿਲੇਸ਼ਨਸ਼ਿਪ ਨੂੰ ਅਗਰ ਸਮਝਣਾ ਹੋਏ, ਆਜ਼ਾਦੀ ਤੋਂ ਬਾਅਦ ਗਵਰਨਰ ਦੀ ਪੋਸਟ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ ਹੈ, ਇਹਦੇ ਉੱਤੇ ਡਿਬੇਟ ਹੋਈ ਸੀ। ਫਿਰ ਗਵਰਨਰ ਇਲੈਕਟਿਡ ਹੋਣਾ ਚਾਹੀਦਾ ਹੈ ਜਾਂ ਸਿਲੈਕਟਿਡ ਹੋਣਾ ਚਾਹੀਦਾ ਹੈ, ਇਹਦੇ ਉੱਤੇ ਵੀ ਡਿਬੇਟ ਹੋਈ। ਜਦ ਇੱਕ ਧਿਰ ਇਹ ਵੀ ਕਹਿ ਰਹੀ ਸੀ ਕਿ ਗਵਰਨਰ ਦੇ ਵੀ ਇਲੈਕਸ਼ਨ ਹੋਣੇ ਚਾਹੀਦੇ ਹੈ, ਫਿਰ ਪ੍ਰੋਬਲਮ ਉੱਥੇ ਆ ਗਈ ਕਿ ਚੀਫ ਮਿਨਿਸਟਰ ਵੀ ਇਲੈਕਟਿਡ ਤੇ ਗਵਰਨਰ ਵੀ ਇਲੈਕਟਿਡ, ਤੇ ਦੋਨੋਂ ਅਗਰ ਇਲੈਕਟਿਡ ਹੋ ਜਾਣਗੇ ਤੇ ਪਾਵਰ ਸੈਂਟਰ ਕਿਸੇ ਵੀ ਸੂਬੇ ਦੇ ਵਿੱਚ 2 ਹੋ ਜਾਣਗੇ, ਸਰਕਾਰ ਚੱਲੂਗੀ ਕਿੱਦਾਂ? ਇਹਦੇ ਉੱਤੇ ਵੀ ਬਹਿਸ ਹੋਈ। ਫਿਰ ਬਾਅਦ ਚੋਂ ਡਿਸਾਈਡ ਹੋਇਆ ਕਿ ਗਵਰਨਰ ਦੀ ਪਾਵਰਸ ਨੂੰ, ਗਵਰਨਰ ਦੇ ਰਾਈਟਸ ਨੂੰ, ਗਵਰਨਰ ਦੀ ਫੰਕਸ਼ਨਿੰਗ ਨੂੰ ਇੱਕ ਵੈਲ ਤਰੀਕੇ ਨਾਲ ਡਿਫਾਈਨ ਕਰਕੇ ਰੱਖਿਆ ਜਾਏ, ਜਿਹਦੇ ਕਰਕੇ ਐਦਾਂ ਦਾ ਕੋਈ ਰਫੜ ਜਿਹੜਾ ਅੱਜ ਕੱਲ੍ਹ ਪੈ ਰਿਹਾ ਉਹ ਨਾ ਪਏ। ਹਾਲਾਂਕਿ ਗਵਰਨਰ ਸਾਹਿਬ ਦੇ ਅਧਿਕਾਰ, ਗਵਰਨਰ ਸਾਹਿਬ ਦੇ ਰਾਈਟ, ਸਾਰੀ ਚੀਜ਼ਾਂ ਵੈਲ ਡਿਫਾਈਨਡ ਹੈ ਕਨਸਟੀਟਿਊਸ਼ਨ ਦੇ ਵਿੱਚ। ਪਰ ਸਵਾਲ ਤੇ ਇਹ ਵੇ, ਇਹ ਜਿਹੜੇ ਟਸਲ ਹੋ ਰਹੀ ਹੈ ਇਲੈਕਟਿਡ ਚੀਫ ਮਿਨਿਸਟਰ ਦੀ ਔਰ ਗਵਰਨਰ ਸਾਹਿਬ ਦੀ, ਇਹ ਉਹਨਾਂ ਸੂਬਿਆਂ ਦੇ ਵਿੱਚ ਕਿਉਂ ਹੋ ਰਹੀ ਹੈ ਜਿਹਦੇ ਵਿੱਚ ਗੈਰ ਭਾਜਪਾ ਸਰਕਾਰ ਹੈ? ਫਿਰ ਕੁਛ ਤੇ ਹੈ ਨਾ, ਕਿਉਂਕਿ ਹਰਿਆਣਾ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ, ਜਾਂ ਮੱਧ ਪ੍ਰਦੇਸ਼ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ, ਜਾਂ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈਗੀ ਹੈ ਉੱਥੇ ਕਦੀ ਦੇਖਿਆ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਦੀ ਕਿਸੇ ਵੀ ਤਰੀਕੇ ਦੀ ਕੋਈ ਲੜਾਈ? ਜੇ ਇਹ ਲੜਾਈ ਸਿਰਫ ਉਹਨਾਂ ਸੂਬਿਆਂ ਦੇ ਵਿੱਚ ਹੋ ਰਹੀ ਹੈ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ, ਤੇ ਫਿਰ ਇਹਦੇ ਪਿੱਛੇ ਕੁਛ ਤੇ ਹੈ। ਹੁਣ ਇੰਦਰਪ੍ਰੀਤ ਜੀ ਕਹਿ ਰਹੇ ਸੀ ਨਹੀਂ ਦੇਖੋ ਜੀ ਗਵਰਨਰ ਸਾਹਿਬ ਨੇ ਬਹੁਤ ਵਧੀਆ ਕੀਤਾ, ਇਹ ਕੀਤਾ, ਲੇਕਿਨ ਇਹ ਸਾਰੀ ਗੱਲਾਂ ਡਿਜ਼ਾਈਨਡ ਹੈ। ਔਰ ਗਵਰਨਰ ਸਾਹਿਬ ਨੇ ਜਿਹੜੇ ਕੱਲ ਜਵਾਬ ਦਿੱਤੇ, ਉਸ ਤੋਂ ਪਹਿਲੇ ਮਹਾਰੈਲੀ 11 ਜੂਨ ਨੂੰ ਜਿਹੜੀ ਰੱਖੀ ਸੀਗੀ ਦਿੱਲੀ ਦੇ ਵਿੱਚ, ਉੱਥੇ ਵੀ ਭਗਵੰਤ ਮਾਨ ਉਹਨਾਂ ਨੇ ਕਿਹਾ ਦੇਖੋ ਸਾਡੇ ਗਵਰਨਰ ਸਾਹਿਬ ਕਹਿੰਦੇ ਮੇਰੀ ਸਰਕਾਰ ਨਹੀਂ ਕਹਿਣਾ। ਉਹਨਾਂ ਨੇ ਇੱਥੇ ਤੱਕ ਵੀ ਕਿਹਾ ਮੈਨੂੰ ਬਜਟ ਸੈਸ਼ਨ ਦੀ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ, ਜਦ ਮੈਂ ਸੁਪਰੀਮ ਕੋਰਟ ਗਿਆ ਤਾਂ ਉਸ ਤੋਂ ਬਾਅਦ ਜਾ ਕੇ ਮੈਨੂੰ ਇਜਾਜ਼ਤ ਮਿਲੀ। ਹੁਣ ਇਹਨਾਂ ਗੱਲਾਂ ਦਾ ਜਵਾਬ ਤੇ ਦੇਣਾ ਸੀਗਾ ਨਾ, ਪੁਰੋਹਿਤ ਸਾਹਿਬ ਨੂੰ ਤੇ ਕੱਲ ਦੇ ਦਿੱਤਾ। ਉਹਨਾਂ ਨੇ ਇਹ ਕਿਹਾ ਕਿ 10 ਚਿੱਠੀਆਂ ਲਿਖੀ ਹੈ, ਅਜੇ ਤੱਕ ਜਵਾਬ ਨਹੀਂ ਆਇਆ। ਔਰ ਨਾਲ ਦੇ ਨਾਲ ਦਬੇ ਸੁਰ ਨਹੀਂ, ਬਲਕਿ ਬੜੇ ਇੱਕ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਮੈਂ ਸਾਰਾ ਕੁਝ ਨੋਟ ਕਰ ਰਿਹਾ, ਮੈਂ ਕੁਝ ਭੁੱਲਦਾ ਨਹੀਂ। ਜਦ ਮੈਂ 5 ਸਾਲ ਦਾ ਸੀਗਾ ਤਦ ਦੀ ਵੀ ਮੈਨੂੰ ਗੱਲਾਂ ਸਾਰੀ ਯਾਦ ਹੈ, ਤੇ ਹੁਣ ਮੈਂ ਰਾਸ਼ਟਰਪਤੀ ਨੂੰ ਜਾਂ ਸੁਪਰੀਮ ਕੋਰਟ ਨੂੰ ਉਹਨਾਂ 10-11 ਚਿੱਠੀਆਂ, ਤਦ ਤੱਕ 11 ਹੋ ਜਾਣੀਆਂ ਸ਼ਾਇਦ, ਉਹ ਚਿੱਠੀਆਂ ਦਾ ਜਵਾਬ ਨਾ ਦੇਣ ਦੇ ਮੁੱਦੇ ਦੇ ਉੱਤੇ ਮੈਂ ਰਾਸ਼ਟਰਪਤੀ ਨੂੰ ਵੀ ਮਿਲਾਂਗਾ ਤੇ ਫਿਰ ਉਹ ਸੁਪਰੀਮ ਕੋਰਟ ਵੀ ਜਾ ਸਕਦੇ ਨੇ। ਇਹਦਾ ਮਤਲਬ ਕੀ ਹੈ? ਯਾਨੀ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਹੈ ਸੂਬੇ ਦੇ ਵਿੱਚ ਕਿਸੇ ਵੀ ਮੁੱਦੇ ਨੂੰ ਲੈ ਕੇ, ਭਾਵੇਂ ਲਾਅ ਐਂਡ ਆਰਡਰ ਦਾ ਮੁੱਦਾ ਹੀ ਹੋਏ, ਭਾਵੇਂ ਬਾਰਡਰ ਦੇ ਵਿੱਚ ਡਰੱਗ ਦਾ ਮੁੱਦਾ ਹੀ ਹੋਏ, ਉਸ ਮੁੱਦੇ ਦੇ ਉੱਤੇ, ਕਿਉਂਕਿ ਗਵਰਨਰ ਦਾ ਰੋਲ ਡੈਮੋਕ੍ਰੇਸੀ ਦੇ ਵਿੱਚ ਤਦ ਉਜਾਗਰ ਹੁੰਦਾ ਜਦ ਉਹਨਾਂ ਨੇ ਆਰਟੀਕਲ 356 ਯਾਨੀ ਪ੍ਰੈਜ਼ੀਡੈਂਟ ਰੂਲ ਲਾਣਾ ਹੁੰਦਾ ਹੈ। ਉਹਦੇ ਵਿੱਚ ਗਵਰਨਰ ਇੱਕ ਰਿਪੋਰਟ ਭੇਜਦਾ ਹੈ ਕੇਂਦਰ ਸਰਕਾਰ ਨੂੰ, ਔਰ ਉਸ ਰਿਪੋਰਟ ਦੇ ਬੇਸ ਤੇ ਕੇਂਦਰ ਸਰਕਾਰ ਪ੍ਰੈਜ਼ੀਡੈਂਟ ਰੂਲ ਲਾਉਂਦੀ ਹੁੰਦੀ ਹੈ।
ਉਸ ਤੋਂ ਪਹਿਲੇ ਗਵਰਨਰ ਦਾ ਬਹੁਤਾ ਰੋਲ ਕਦੀ ਕਿਸੇ ਸੂਬੇ ਦੇ ਵਿੱਚ ਦੇਖਿਆ ਨਹੀਂ ਗਿਆ। ਪਰ ਹਾਂ, ਪੰਜਾਬ ਜਾਂ ਹੋਰ ਤਮਾਮ ਸੂਬੇ, ਉਹਨਾਂ ਦੇ ਵਿੱਚ ਹੁਣ ਗਵਰਨਰ ਵਰਸਸ ਇਲੈਕਟਿਡ ਚੀਫ ਮਿਨਿਸਟਰ ਦੀ ਲੜਾਈਆਂ ਤੇ ਚੱਲ ਰਹੀ ਹੈ। ਇਹ ਲੜਾਈ ਦਾ ਇੱਕ ਟੀਚਾ ਹੈਗਾ ਲੋਕਤੰਤਰ ਦੇ ਉੱਤੇ ਹੱਤਿਆ ਦੀ ਗੱਲ ਆਪੋਜੀਸ਼ਨ ਪਾਰਟੀਆਂ ਕਰ ਰਹੀਆਂ, ਔਰ ਉਹਦੇ ਵਿੱਚ ਇੱਕ ਮੇਜਰ ਮੁੱਦਾ ਇਹ ਵੇ। ਇੰਦਰਪ੍ਰੀਤ ਜੀ, ਆਖਰੀ ਗੱਲ ਇਹਦੇ ਵਿੱਚ ਮੈਂ ਜ਼ਰੂਰ ਲੈਣੀ ਤੁਹਾਡੇ ਕੋਲੋਂ ਚਾਹੂੰਗਾ। ਭਾਸਕਰ ਸਾਹਿਬ ਨੇ ਕਿਹਾ ਕਿ ਉਹ ਕਹਿੰਦੇ ਵੀ ਮੈਂ ਰਾਸ਼ਟਰਪਤੀ ਜਾਂ ਸੁਪਰੀਮ ਕੋਰਟ ਕੋਲ ਜਾ ਸਕਦਾ। ਹੁਣ ਜੇਕਰ ਉਹਨਾਂ ਦੇ ਵੀ ਉੱਪਰਲੇ ਬੌਸ ਚਾਹਣਗੇ ਤਾਂ ਜਾਣਗੇ। ਵੈਸੇ ਮੈਂ ਇੱਕ ਸਿੰਪਲ ਜੀ ਗੱਲ ਨਾਲ ਗੱਲ ਨਿਬੇੜੂੰਗਾ ਵੀ ਆਮ ਕਨਸੋਆਂ ਤੇ ਅਫਵਾਹਾਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਘੇਰਿਆਂ 'ਚ ਘੁੰਮਦੀਆਂ ਨੇ, ਉਹਦੇ ਵਿੱਚ ਇਹ ਮੰਨਿਆ ਜਾਂਦਾ ਸੀ ਵੀ ਭਗਵੰਤ ਮਾਨ ਨੂੰ ਉਹ ਅਸਥਿਰ ਨਹੀਂ ਕਰਨਾ ਚਾਹੁੰਦੇ, ਭਗਵੰਤ ਮਾਨ ਸਾਹਿਬ ਨਾਲ ਉਹ ਨਰਮਗੋਸ਼ਾ ਰੱਖਦੇ ਆ। ਉਹਨਾਂ ਤੋਂ ਮਤਲਬ ਤੁਸੀਂ ਸਮਝਦੇ ਹੀ ਹੋ ਉੱਪਰ ਵਾਲੇ, ਕੇਂਦਰ ਵਾਲੇ। ਪਰ ਭਗਵੰਤ ਮਾਨ ਨੂੰ ਉਹ ਨਰਮਗੋਸ਼ਾ ਉਹ ਰੱਖਣਾ ਵਾਰਾ ਖਾਂਦਾ ਹੈ ਉਦੋਂ ਤੱਕ ਜਦੋਂ ਤੱਕ ਉਹਨਾਂ ਦੇ ਸੁਪਰੀਮੋ ਇਸ ਤਰ੍ਹਾਂ ਦੇ ਨਰਮਗੋਸ਼ੇ ਬਾਰੇ ਨਾ ਜਾਣਦੇ ਹੋਣ। ਸੋ ਉਹਨਾਂ ਨੇ ਆਪਣੇ ਸੁਪਰੀਮੋ ਦੀ ਟਸਲ ਕੇਂਦਰ ਨਾਲ ਦੇ ਚੱਲਦਿਆਂ ਕੇਂਦਰ ਤੇ ਹਮਲੇ ਵੀ ਕਰਨੇ ਹੁੰਦੇ ਆ, ਗਵਰਨਰ ਤੇ ਵੀ ਕਰਨੇ ਹੁੰਦੇ ਆ, ਹਰ ਜਗ੍ਹਾ। ਸੋ ਮੈਨੂੰ ਲੱਗਦਾ ਵੀ ਇਹ ਲੜਾਈ, ਜਿਹੜੀ ਲੜਾਈ ਜ਼ਰੂਰਤ ਨਹੀਂ, ਜਿਹਦੀ ਇਹ ਲੜਾਈ ਉਹ ਆ ਜਿਹੜੀ ਦਿਖਾਈ ਜਾ ਰਹੀ ਹੈ। ਬੁਨਿਆਦੀ ਤੌਰ ਤੇ ਇਹ ਲੜਾਈ ਹੈ ਨਹੀਂ। ਤੁਸੀਂ ਉਹ ਠੀਕ ਕਿਹਾ ਕਿ ਇਹ ਐਕਚੁਅਲੀ ਉਹ ਮਾਮਲੇ ਨਹੀਂ ਹੈਗੇ ਜਿਹਦੇ ਕਰਕੇ ਲੜਾਈ ਕੀਤੀ ਜਾਣੀ ਬਣਦੀ ਹੈ। ਇਹ ਬਹੁਤ ਹੀ ਛੋਟੇ ਛੋਟੇ ਜਿਹੇ ਮਾਮਲੇ ਨੇ, ਪਰ ਇਹਦੇ 'ਚ એનર્ਜੀ ਬਹੁਤ ਵੇਸਟ ਹੋ ਰਹੀ ਹੈ। ਜੋ ਮੈਨੂੰ ਲੱਗ ਰਿਹਾ ਹੈ ਕਿ એનર્ਜੀ ਬਹੁਤ ਵੇਸਟ ਹੋ ਰਹੀ ਹੈ, ਖਾਸ ਤੌਰ ਤੇ ਜਿਹੜੀ ਚੁਣੀ ਹੋਈ ਸਰਕਾਰ ਦੀ એનર્ਜੀ ਹੈ। ਉਹ એનર્ਜੀ ਐਕਚੁਅਲੀ ਹੋਰ ਕੰਮਾਂ ਤੇ ਲੱਗਣੀ ਚਾਹੀਦੀ ਹੈ। ਲੜਾਈ ਹੋਰ ਕੰਮਾਂ ਲਈ ਸੈਂਟਰ ਗਵਰਨਮੈਂਟ ਨਾਲ ਅਗਰ ਲੜਾਈ ਕਰਨੀ ਹੈ ਤਾਂ ਉਹ ਬਣਦੀ ਹੈ ਲੜਾਈ ਕਰਨੀ ਵੀ ਸਾਡਾ ਆਰਡੀਐਫ ਨਹੀਂ ਦੇ ਰਹੇ, ਤੁਸੀਂ ਸਾਡੇ ਐਨਐਚਐਮ ਦੇ ਪੈਸੇ ਨਹੀਂ ਦੇ ਰਹੇ, ਸਾਡਾ ਜੀਐਸਟੀ ਦਾ ਰੁਕਿਆ ਪੈਸਾ ਨਹੀਂ ਦੇ ਰਹੇ, ਕਿਉਂਕਿ ਪੈਸੇ ਤੋਂ ਬਿਨਾਂ ਕੰਮ ਚੱਲਣਾ ਨਹੀਂ ਹੈ। ਜਿੱਥੇ ਸਾਡੀ ਐਕਚੁਅਲੀ ਲੜਾਈ ਹੈ, ਜਿੱਥੇ ਸਾਡੇ ਪ੍ਰੋਜੈਕਟ ਰੁਕ ਜਾਣਗੇ, ਡਿਵੈਲਪਮੈਂਟ ਰੁਕ ਜਾਏਗੀ, ਉੱਥੇ ਤਾਂ ਲੜਾਈ ਕਰਨੀ ਬਣਦੀ ਹੈ। ਪਰ ਇੱਥੇ ਵੀ ਚਿੱਠੀਆਂ ਦਾ ਜਵਾਬ ਨਹੀਂ ਦੇਣੇ ਜਾਂ ਚਿੱਠੀ ਤੁਹਾਨੂੰ ਚੁਣਨ ਦਾ ਅਧਿਕਾਰ ਨਹੀਂ, ਮੈਂ ਚੁਣਨਾ, ਇਸ ਤਰ੍ਹਾਂ ਦੀਆਂ ਲੜਾਈਆਂ 'ਚ ਮੈਨੂੰ ਲੱਗਦਾ ਕਿ ਥੋੜਾ ਜਿਹਾ એનર્ਜੀ ਜ਼ਿਆਦਾ ਵੇਸਟ ਹੋ ਰਹੀ ਹੈ। ਇਸ ਤੋਂ ਬਚਿਆ ਜਾਣਾ ਚਾਹੀਦਾ। ਸੋ ਇਹ ਚੀਜ਼ਾਂ ਸਾਨੂੰ ਕਿੰਨਾ ਨੁਕਸਾਨ ਪਹੁੰਚਾ ਰਹੀਆਂ ਨੇ? ਕੀ ਇਹ ਜਾਣਬੁੱਝ ਕੇ ਲੜਾਈਆਂ ਦਿਖਾਈਆਂ ਜਾ ਰਹੀਆਂ ਨੇ? ਕੀ ਸਾਡਾ ਧਿਆਨ ਕਿਸੇ ਹੋਰ ਪਾਸੇ ਚਲੇ ਜਾਏ ਇਸ ਕਰਕੇ ਲੜਾਈਆਂ ਦਿਖਾਈਆਂ ਜਾ ਰਹੀਆਂ ਨੇ? ਇਹ ਸਾਰੇ ਸਵਾਲ ਹਜੇ ਹੈਗੇ ਨੇ ਜਿਨ੍ਹਾਂ ਦੇ ਉੱਤਰ ਹਜੇ ਆਣੇ ਬਾਕੀ। ਮਤਲਬ ਮੇਨ ਮੁੱਦੇ ਬੜੇ ਸੌਖਿਆਂ ਪਾਸੇ ਰੱਖੇ ਜਾ ਸਕਦੇ ਇਦਾਂ ਦੀਆਂ ਲੜਾਈਆਂ 'ਚ, ਸਵਾਦ ਬੜਾ ਆਉਂਦਾ। ਤੇ ਸਾਡੇ ਪੰਜਾਬ ਦੇ ਵਿੱਚ ਤਾਂ ਸਵਾਦ ਲੈਣ ਲਈ ਬੰਦੇ ਨੇ ਸਾਰਾ ਦਿਨ ਸੱਥਾਂ 'ਚ ਬਹਿ ਕੇ ਕੀ ਬਣਿਆ, ਹੁਣ ਕੀ ਹੋਇਆ, ਗਾਂ ਕੋਈ ਗੱਲ ਹੋਈ ਮੁੱਖ ਮੰਤਰੀ ਤੋਂ ਬਾਅਦ ਗਵਰਨਰ। ਹਾਲਾਂਕਿ ਗਵਰਨਰ ਏਡੇ ਸੌਖਿਆਂ ਕਹਿੰਦੇ ਨਹੀਂ ਹੁੰਦੇ, ਗਵਰਨਰ ਨੂੰ ਵੀ ਪਤਾ ਹੈ, ਉਹ ਸੰਕੇਤਕ ਹੀ ਭਾਸ਼ਾ 'ਚ ਗੱਲ ਕਰਦੇ ਆ। ਪਰ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਹਰਪਾਲ ਚੀਮਾ ਦਾ ਜਵਾਬ, ਫਿਰ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਭੇਜਣੀ। ਮੈਨੂੰ ਲੱਗਦਾ ਇੱਕ ਅੱਧਾ ਵਿਧੀਵਤ ਜਵਾਬ ਅਜੇ ਹੋਰ ਆਊ ਠੋਕ ਕੇ, ਮੈਂ ਨਹੀਂ ਪਿੱਠ ਲੱਗਣ ਦੇਣੀ ਆਪਣੀ, ਮੈਂ 3 ਕਰੋੜ ਦਾ ਹੈ, ਇਹ ਅਜੇ ਗੱਲ ਆਉਣੀ ਆ। ਸੋ ਭਾਸਕਰ ਸਾਹਿਬ ਬੜੀ ਕਾਹਲੀ ਚ ਆਇਓ, ਸ਼ਬਦਾਂ ਦੀ ਮਰਿਆਦਾ ਨੂੰ ਧਿਆਨ ਚ ਰੱਖਦੇ ਆ, ਕਿਉਂਕਿ ਅਸੀਂ ਗੱਲ ਇੱਕ ਵੱਡੇ ਵਜ਼ੀਰ ਦੀ ਕਰਨ ਲੱਗੇ ਆ ਜਿਨ੍ਹਾਂ ਨੇ ਬਹੁਤ ਇਸ ਖਿੱਤੇ ਦੀ ਸਰਦਾਰੀ ਕੀਤੀ ਹੈ, ਹੰਡਾਈ ਆ, ਵੱਡੇ ਮਹਿਕਮੇ ਮਾਲ ਵਰਗੇ, ਤੇ ਉਹ ਚਲੇ ਗਏ ਆਪਣਾ ਕੈਨੇਡਾ ਨੂੰ ਜਾਣ ਲਈ ਜਹਾਜ਼ ਫੜਨ, ਤੇ ਜਹਾਜ਼ ਫੜਨ ਤੋਂ ਪਹਿਲਾਂ ਹੀ ਅਗਲਿਆਂ ਨੇ ਕਿਹਾ ਵੀ ਨਹੀਂ ਭਾਈ ਨਾ, ਤੁਹਾਡੇ ਨਾਂ ਤੇ ਅਜੇ ਕੁਝ ਬੋਲਦਾ ਹੈ। ਸੋ ਇਹ ਏਦਾਂ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ ਦੱਸ ਦੇਣਾ ਚਾਹੀਦਾ ਬੰਦੇ ਨੂੰ ਵੀ ਭਾਈ 에ਅਰਪੋਰਟ ਤੇ ਨਾ ਜਾਇਓ ਕਿਉਂਕਿ ਅਸੀਂ ਜਾਣ ਨਹੀਂ ਚ ਦੇਣਾ। ਤੁਸੀਂ ਗੱਲ ਕਰ ਰਹੇ ਹੋ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਦੀ, ਜਿਹੜੇ ਰੈਵਨਿਊ ਮਿਨਿਸਟਰ ਹੁੰਦੇ ਸੀ ਪਿਛਲੀ ਸਰਕਾਰ ਦੇ ਵਿੱਚ, ਯਾਨੀ ਪਿਛਲੀ ਮਤਲਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ। ਉਹਨਾਂ ਦੇ ਖਿਲਾਫ ਡਿਸਪ੍ਰਪੋਰਸ਼ਨੇਟ ਆਫ ਅਸੈਟ ਦਾ ਕੇਸ ਚੱਲਦਾ ਪਿਆ ਹੈ। ਵਿਜੀਲੈਂਸ ਬਿਊਰੋ ਨੇ ਕਈ ਵਾਰ ਉਹਨਾਂ ਨੂੰ ਸੱਦਿਆ ਔਰ ਉਹਨਾਂ ਨੇ ਇਹ ਕਹਿ ਕੇ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕੀਤਾ ਕਿ ਮੇਰੇ ਗੋਡਿਆਂ ਦੇ ਵਿੱਚ ਪ੍ਰੋਬਲਮ ਹੈਗੀ ਹੈ, ਮੈਂ ਨੀ ਟ੍ਰਾਂਸਪਲਾਂਟ ਦਾ ਆਪਰੇਸ਼ਨ ਕਰਾਇਆ ਹੈ, ਮੈਂ ਥੋੜੇ ਦਿਨਾਂ ਬਾਅਦ ਜਦ ਮੈਨੂੰ ਆਰਾਮ ਆਏਗਾ ਮੈਂ ਪੇਸ਼ ਹੋਊਂਗਾ। ਪਿੱਛੇ ਸੰਡੇ ਨੂੰ, ਯਾਨੀ ਇਹ ਬੀਤਾ ਜਿਹੜਾ ਰਵੀਵਾਰ ਹੈ, ਉਸ ਦਿਨ 9 ਵਜੇ ਦੇ ਕਰੀਬ ਉਹ 에ਅਰਪੋਰਟ ਤੇ ਪਹੁੰਚ ਗਏ ਔਰ ਜਾਣਾ ਸੀਗਾ ਕੈਨੇਡਾ, ਬਰੈਂਪਟਨ। ਉਹਨਾਂ ਦੇ ਭਨੇਵੇ ਦਾ ਵਿਆਹ ਸੀਗਾ, ਪਰ ਉੱਥੇ LOC ਕਿਉਂਕਿ ਜਾਰੀ ਹੋ ਚੁੱਕੀ ਸੀ ਉਹਨਾਂ ਦੇ ਨਾਮ 'ਚ, ਉੱਥੇ ਰੋਕ ਲਿਆ ਗਿਆ ਉਹਨਾਂ ਨੂੰ। ਹਾਲਾਂਕਿ ਕਾਂਗੜ ਸਾਹਿਬ ਦਾ ਇਹ ਗੱਲ ਕਹਿਣਾ ਹੈ ਕਿ ਮੈਂ ਇਸ ਤੋਂ ਪਹਿਲੇ ਈਮੇਲ ਭੇਜ ਕੇ ਵਿਜੀਲੈਂਸ ਬਿਊਰੋ ਤੋਂ ਇਜਾਜ਼ਤ ਮੰਗੀ ਸੀ ਕਿ ਮੈਨੂੰ ਏਦਾਂ ਬਾਹਰ ਜਾਣਾ ਪੈਣਾ ਹੈ ਤੇ ਮੈਨੂੰ ਇਜਾਜ਼ਤ ਦਿੱਤੀ ਜਾਏ। ਉਸ ਈਮੇਲ ਦਾ ਜਵਾਬ ਮੈਨੂੰ ਨਹੀਂ ਆਇਆ ਤੇ ਸੰਡੇ ਨੂੰ ਫਾਈਨਲੀ ਮੈਂ ਆਪ ਫੈਸਲਾ ਕੀਤਾ ਕਿ ਮੈਂ ਹੁਣ ਨਹੀਂ ਜਾਣਾ ਬਾਹਰ, ਕਿਉਂਕਿ ਵਿਜੀਲੈਂਸ ਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਪਹਿਲੇ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਵੀ ਏਦਾਂ ਹੀ ਹੋਇਆ ਸੀਗਾ, ਜਦ ਉਹਨਾਂ ਨੇ ਟੈਚੀ ਟੂਚੀ ਬੰਨ ਲਿਆ ਸੀਗਾ, ਉਹ ਜਾਣ ਨੂੰ ਤਿਆਰ ਹੋ ਗਏ ਸੀਗੇ, ਬਾਅਦ ਚੋਂ LOC ਜਾਰੀ ਹੋਇਆ ਔਰ ਬਾਅਦ ਚੋਂ ਚੰਨੀ ਉਹਨਾਂ ਦੀ ਵੀ ਸਟੇਟਮੈਂਟ ਸਹੀ ਨਹੀਂ ਆਈ ਸੀ ਕਿ ਮੈਂ ਭਗਵੰਤ ਮਾਨ ਉਹਨਾਂ ਦੀ ਉਹ ਸਟੇਟਮੈਂਟ ਸੁਣ ਕੇ ਨਾ ਜਾਣ ਦਾ ਫੈਸਲਾ ਕੀਤਾ। ਇਸ ਤੋਂ ਪਹਿਲੇ ਗਿਲਜੀਆਰ ਸਾਹਿਬ ਦੇ ਨਾਲ ਵੀ ਏਦਾਂ ਹੀ ਹੋਇਆ ਸੀ, ਉਹ ਜਹਾਜ਼ ਚੜ੍ਹਨ ਹੀ ਲੱਗੇ ਸੀ, ਜਹਾਜ਼ ਅਗਲਿਆਂ ਨੇ ਉਤਾਰ ਲਿਆ ਜਹਾਜ਼ ਤੋਂ। ਤੇ ਇਸ ਤਰ੍ਹਾਂ ਦੀ ਘਟਨਾਵਾਂ ਵਿਜੀਲੈਂਸ ਬਿਊਰੋ ਦੇ ਨਾਲ ਜਾਂ ਉਸ तमाम ਆਰੋਪੀ
ਜਿਨ੍ਹਾਂ ਨੂੰ ਡਿਸਪ੍ਰੋਪੋਰਸ਼ਨਟ ਅਸੈਟ ਜਾਂ ਕਿਸੇ ਹੋਰ ਕੇਸ ਦੇ ਵਿੱਚ ਬੁਲਾਵਾ ਭੇਜਿਆ ਗਿਆ ਸੀਗਾ ਵਿਜੀਲੈਂਸ ਬਿਊਰੋ ਦੁਆਰਾ, ਔਰ ਉਹਨਾਂ ਨੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ। ਇਹ ਐਲਓਸੀ ਵਾਲਾ ਸਿਸਟਮ ਬੜਾ ਅਜੀਬ ਹੈ। ਸਰਵੇਸ਼ ਕੌਸ਼ਲ ਹੋਣਾ, KBS ਹੋਣਾ, ਉਹ ਬਾਹਰ ਗਏ ਹੋਏ ਸੀ, ਉਹਨਾਂ ਦੇ ਖਿਲਾਫ ਜਾਰੀ ਹੋ ਗਿਆ ਸੀ ਐਲਓਸੀ, ਤੇ ਉਹਨਾਂ ਨੇ ਕਹਿ ਕਵਾ ਕੇ ਉਹ ਐਲਓਸੀ ਹਟਵਾਇਆ ਸੀ। ਕਹਿੰਦੇ ਸਾਨੂੰ ਆਉਣ ਤੋਂ ਦਿਓ ਵਾਪਸ, ਜੇ ਅਸੀਂ ਆਏ ਤਾਂ ਕਰਕੇ ਤੇ ਐਲਓਸੀ ਜਾਰੀ ਕਰਨਾ ਸਾਨੂੰ, ਪਰ ਉਹ ਹੋ ਗਿਆ ਸੀਗਾ ਕੈਂਸਿਲ। ਪਰ ਹੁਣ ਕਾਂਗੜ ਸਾਹਿਬ ਨੂੰ ਜਹਾਜ਼ ਤੋਂ ਉਤਾਰਿਆ ਤੇ ਨਹੀਂ ਗਿਆ, 에ਅਰਪੋਰਟ ਤੇ ਰੋਕ ਲਿਆ ਗਿਆ ਸੀਗਾ। ਹੁਣ ਕਾਂਗੜ ਸਾਹਿਬ ਦੇ ਸ਼ਾਇਦ ਘੁਟਨੇ ਠੀਕ ਹੋ ਗਏ ਨੇ, ਭਨੇਵੇ ਦੇ ਵਿਆਹ ਤੇ ਸ਼ਾਇਦ ਡਾਂਸ ਡੂੰਸ ਵੀ ਕਰਨਾ ਹੋਏਗਾ ਉਹਨਾਂ ਨੇ। ਪਰ ਹੁਣ ਵਿਜੀਲੈਂਸ ਬਿਊਰੋ ਦੇ ਸਾਹਮਣੇ ਪਹਿਲੇ ਪੇਸ਼ ਹੋ ਕੇ ਉਸ ਤੋਂ ਬਾਅਦ ਇਸ ਬਿਆਨ ਨੂੰ ਤੇ ਘੱਟ ਤੋਂ ਘੱਟ ਕਾਂਗੜ ਸਾਹਿਬ ਨੂੰ ਮਿਸ ਕਰਨਾ ਹੀ ਪਏਗਾ। ਇੰਦਰਪ੍ਰੀਤ ਜੀ, ਵੈਸੇ ਤਾਂ ਜਿਹੜੇ ਇਹ ਮਾਮਲੇ ਨੇ, ਇਹ ਮਾਮਲੇ ਬੜੇ ਸਧਾਰਨ ਹੋ ਗਏ। ਹੁਣ ਜਦੋਂ ਕੋਈ ਤੁਸੀਂ ਭ੍ਰਿਸ਼ਟਾਚਾਰ ਜਾਂ ਕਰਪਸ਼ਨ ਨਾਲ ਜੁੜੇ ਮਾਮਲੇ ਦੀ ਗੱਲ ਕਰਦੇ ਹੋ ਤੇ ਲੋਕ ਉਤੇ ਬਹੁਤਾ ਕੰਨ ਨਹੀਂ ਧਰਦੇ, ਦਿਲਚਸਪੀ ਨਹੀਂ ਦਿਖਾਉਂਦੇ। ਹੁਣ ਬਹੁਤੇ ਜਿਹੜੇ ਸਾਬਕਾ ਵਜ਼ੀਰ, ਸਾਬਕਾ ਜਿਹੜੇ MLA, ਮੌਜੂਦਾ MLA, ਦੂਜੇ ਵਿਰੋਧੀਆਂ ਦੇ, ਉਹ ਸਮਝਦੇ ਤਾਂ ਯਾਰ ਇਹ ਤਾਂ ਸਾਡੇ ਖਿਲਾਫ ਬਦਲਾਖੋਰੀ ਹੈ, ਇਹ ਇੱਕ ਸ਼ਬਦ 'ਚ ਸਭ ਕੁਝ ਲਪੇਟਿਆ ਗਿਆ। ਮੇਰਾ ਸਿਰਫ ਇੰਨਾ ਸਵਾਲ, ਬੜੀ ਕਾਹਲੀ ਦੇ ਵਿੱਚ ਹੀ ਆਇਓ, ਕਿ ਗੁਰਪ੍ਰੀਤ ਸਿੰਘ ਕਾਂਗੜ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁੱਕੇ ਆ। ਪਹਿਲਾਂ ਇਹ ਬ੍ਰੇਕ ਜੀ ਲੱਗੀ ਰਹੀ ਕਿ ਭਾਰਤੀ ਜਨਤਾ ਪਾਰਟੀ 'ਚ ਜਿਹੜੇ ਚਲੇ ਗਏ ਆ ਉਹਨਾਂ ਨੂੰ ਉਨੀ ਮੁਸ਼ਕਲ ਦਾ ਸਾਹਮਣਾ ਨਹੀਂ, ਕਿਉਂਕਿ ਉਹ ਉੱਪਰਲੀ ਸੱਤਾ ਨਾਲ ਜੁੜੇ ਹੋਏ ਆ ਤੇ ਉਹਨਾਂ ਕੋਲ ਵੀ ਬੜੀਆਂ ਏਜੰਸੀਆਂ ਨੇ, ਸਰਕਾਰੀ ਅਧਿਕਾਰੀ ਡਰਦੇ ਆ। ਈਵਨ ਇਹ ਵੀ ਮੰਨਿਆ ਜਾਂਦਾ ਸੀ ਕਿ ਵਿਜੀਲੈਂਸ ਦੇ ਅਧਿਕਾਰੀ ਵੀ ਉਹਨਾਂ ਨਾਲ ਉਨੀ ਸਖਤੀ ਨਾਲ ਪੇਸ਼ ਨਹੀਂ ਆਉਂਦੇ। ਪਰ ਜਦੋਂ ਸੁੰਦਰ ਸ਼ਾਮ ਅਰੋੜਾ ਵਾਲਾ ਮਾਮਲਾ, ਕਿਉਂਕਿ ਉਹ ਤੇ ਆਪ ਹੀ ਪੈਰ ਦੇ ਬੈਠੇ ਸੀ ਵਿੱਚ ਜਾ ਕੇ, ਮੁਸੀਬਤ 'ਚ ਲੱਤ ਫਸਾ ਬੈਠੇ ਸੀਗੇ, ਕਾਂਗੜ ਦੇ ਉੱਤੇ ਕਾਰਵਾਈ ਦਾ ਮਤਲਬ ਹੈ ਕਿ ਦੋ ਸੱਤਾ ਭਿੜ ਰਹੀਆਂ ਨੇ ਹੁਣ ਚੰਗੀ ਤਰ੍ਹਾਂ। ਕਿਉਂਕਿ ਜੇ ਚਾਹੁੰਦੇ ਉਹ, ਕਿਉਂਕਿ ਇਮੀਗ੍ਰੇਸ਼ਨ ਵਾਲਾ ਤੇ ਬਾਕੀ ਸਾਰਾ ਮਾਮਲਾ ਕੇਂਦਰੀ ਸੱਤਾ ਕੋਲ ਸੀ, ਲੰਘ ਜਾਣ ਦਿੰਦੇ ਤੇ ਲੰਘ ਜਾਣ ਦਿੰਦੇ। ਮੈਨੂੰ ਲੱਗਦਾ ਕਿ ਜਿਹੜੇ ਇਹ ਕਈ ਮਿਨਿਸਟਰ, ਜਿਹੜੇ ਫਾਰਮਰ ਮਿਨਿਸਟਰ ਨੇ, ਉਹ ਭਾਰਤੀ ਜਨਤਾ ਪਾਰਟੀ 'ਚ ਗਈ ਇਸੇ ਕਰਕੇ ਸੀਗੇ ਕਿ ਸ਼ਾਇਦ ਉਹਨਾਂ ਦੇ ਉੱਤੇ ਫਿਰ ਕਾਰਵਾਈ ਨਾ ਹੋਏ। ਪਰ ਤੁਹਾਨੂੰ ਯਾਦ ਹੋਊਗਾ ਕਿ ਭਗਵੰਤ ਮਾਨ ਹੋਰਾਂ ਨੇ ਤਾਂ ਵਿਧਾਨ ਸਭਾ ਦੇ ਵਿੱਚ ਹੀ ਕਿਹਾ ਸੀਗਾ, ਜਦੋਂ ਆਪਰੇਸ਼ਨ ਲੋਟਸ ਦੀ ਗੱਲ ਚੱਲ ਰਹੀ ਸੀ ਤਾਂ ਉਹਨਾਂ ਨੇ ਉਹ ਵਿੱਚ ਹੀ ਕਿਹਾ ਸੀਗਾ ਵੀ ਚਾਹੇ ਭਾਜਪਾ 'ਚ ਚਲੇ ਜਾਣ ਪਰ ਅਸੀਂ ਛੱਡਾਂਗੇ ਨਹੀਂ। ਸੋ ਮੈਨੂੰ ਇਹ ਲੱਗਦਾ ਕਿ ਭਾਜਪਾ ਨੇ ਤਾਂ ਹੁਣ ਉਹਨਾਂ ਨੂੰ ਆਪਣਾ ਜਨਰਲ ਸੈਕਟਰੀ ਵੀ ਬਣਾਇਆ ਹੋਇਆ, ਪਰ ਫਿਰ ਵੀ ਜਿਸ ਤਰ੍ਹਾਂ ਕਾਰਵਾਈ ਹੋ ਰਹੀ ਹੈ ਤਾਂ ਸਰਕਾਰ ਇਸ ਪੱਖੋਂ ਤਾਂ ਛੱਡਣ ਦੇ ਮੂਡ 'ਚ ਨਹੀਂ ਹੈ ਕਿ ਉਹ ਕਿਸ ਪਾਰਟੀ 'ਚ ਚਲਾ ਗਿਆ ਹੈ। ਇਹ ਬੜੀ ਦਿਲਚਸਪ ਚੀਜ਼ ਹੈ। ਤੁਸੀਂ ਠੀਕ ਕਿਹਾ ਕਿ ਜਿਹੜੇ ਬੰਦੇ ਉਤਲੀ ਸੱਤਾ ਨਾਲ ਯਾਰੀ ਪਾ ਕੇ ਸ਼ਾਇਦ ਬਚਣ ਦਾ ਕੋਈ ਯਤਨ ਕਰ ਰਹੇ ਹੋਣ, ਉਹਨਾਂ ਨੂੰ ਮੈਨੂੰ ਲੱਗਦਾ ਕੋਈ ਸਫਲਤਾ ਬਹੁਤੀ ਮਿਲ ਨਹੀਂ ਰਹੀ, ਕਿਉਂਕਿ ਦੋ ਵੱਡੇ ਨਾਂ ਤਾਂ ਤੁਸੀਂ ਆਪ ਹੀ ਲੈਤੇ ਹੈ, ਉਹ ਅਗਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਮੈਂ ਇਸ ਕਰਕੇ ਕਹਿ ਰਿਹਾ ਕਿ ਗੁਰਪ੍ਰੀਤ ਕਾਂਗੜ ਹੋਣੀ ਜਿਹੜੇ ਜਿਸ ਕੌਂਸਟੀਚੁਐਂਸੀ ਚੋਂ ਆਉਂਦੇ ਨੇ, ਉਹ ਟੋਟਲ ਰੂਰਲ ਕੌਂਸਟੀਚੁਐਂਸੀ ਹੈ ਜਿੱਥੇ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ। ਤੇ ਜਦੋਂ ਤੁਸੀਂ ਇਹ ਜੀ ਕੌਂਸਟੀਚੁਐਂਸੀ 'ਚ ਰਹਿੰਦੇ ਹੋਏ ਬੀਜੇਪੀ 'ਚ ਚਲੇ ਜਾਂਦੇ ਹੋ ਤਾਂ ਫਿਰ ਕਿਸ ਤਰ੍ਹਾਂ ਦੀ ਤੁਸੀਂ ਜਿੱਤਣ ਦੀ ਉੱਥੋਂ ਉਮੀਦ ਕਰਦੇ ਹੋ? ਮੈਨੂੰ ਇਹਦਾ ਖਰਚਾ ਸੀਗਾ ਹੀ, ਪਰ ਕਿਉਂਕਿ ਆਹ ਜਿਹੜੀ ਗੱਲ ਹੈ ਵੀ ਸ਼ਾਇਦ ਕੇਸ ਨਾ ਚੱਲਣ, ਸ਼ਾਇਦ ਵਿਜੀਲੈਂਸ ਉਹਨਾਂ ਤੇ ਥੋੜੀ ਜੀ ਨਰਮੀ ਵਰਤ ਲੇ, ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਹੋ ਸਕਦੀਆਂ ਸੀ। ਪਰ ਉਹ ਵੀ ਹੁਣ ਮੈਨੂੰ ਲੱਗਦਾ ਉਹਨਾਂ ਦਾ ਸੁਪਨਾ ਟੁੱਟ ਗਿਆ ਜਦੋਂ ਵਾਪਸ ਆ ਗਏ ਹੈ ਕਾਂਗੜ ਸਾਹਿਬ ਉੱਥੋਂ 에ਅਰਪੋਰਟ ਤੋਂ। ਸੋ ਲੱਗਦਾ ਨਹੀਂ ਹੈ ਕਿ ਅਗਲੇ ਟਾਈਮ ਤੱਕ ਕੋਈ ਹੋਰ ਜਿਹੜੇ ਇਸ ਉਮੀਦ 'ਚ ਬੈਠੇ ਨੇ ਮੰਤਰੀ ਵੀ ਆਪਾਂ ਵੀ ਚਲੇ ਜਾਈਏ, ਸ਼ਾਇਦ ਫਾਇਦਾ ਹੋ ਜੇ। ਹੁਣ ਫਾਇਦੇ ਹੋਣ ਦੀ ਤਾਂ ਉਮੀਦ ਲੱਗ ਨਹੀਂ ਰਹੀ। ਜਾਂ ਤਾਂ ਕਾਂਗੜ ਸਾਹਿਬ ਗਲਤੀ ਕਰ ਗਏ ਵੀ ਆਪਾਂ ਤਾਂ ਚੁੱਪ ਚਪੀਤੇ ਰਾਤ ਦੀ ਫਲਾਈਟ ਤੇ ਨਿਕਲ ਜਾਣਾ, ਕਿਹੜਾ ਕਿਸੇ ਨੇ ਵੇਖਣਾ, ਕੌਣ ਪੁੱਛਣ ਡਿਆ। ਪਰ ਹੋ ਸਕਦਾ ਉਹਨਾਂ ਨੇ ਗੱਲ ਹੀ ਨਾ ਕੀਤੀ ਹੋਵੇ ਉੱਪਰਲੀ ਸੱਤਾ ਨਾਲ ਵੀ ਇਹ 에ਅਰਪੋਰਟ ਤਾਂ ਤੁਹਾਡੇ ਹੀ ਨੇ, ਭਾਵੇਂ ਪ੍ਰਾਈਵੇਟ ਹੱਥਾਂ 'ਚ ਨੇ, ਅਧਿਕਾਰੀ ਤਾਂ ਉੱਥੇ ਆਪਣੇ ਹੀ ਆ, ਕਢਾ ਦਿਓ ਜਨਾਬ, ਮੈਂ 4 ਦਿਨ ਸੌਖੇ ਤਰੀਕੇ ਨਾਲ ਵਿਆਹ ਤੇ ਵੇਖ ਆਵਾਂ, ਆ ਜਾਊਂਗਾ ਜਦੋਂ ਕਹਿਣਗੇ। ਅਗਲੇ ਤਾਂ ਹੁਣ ਪਾਸਪੋਰਟ ਹੀ ਕੈਂਸਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਆ, ਅਦਾਲਤਾਂ 'ਚ ਚਲੇ ਜਾਂਦੇ ਆ। ਸੋ ਬਚਿਆ ਤਾਂ ਨਹੀਂ ਜਾਂਦਾ, ਪਰ ਕੁਝ ਦਿਨ ਸੌਖੇ ਨਿਕਲ ਸਕਦੇ ਹੁੰਦੇ ਆ। ਖੈਰ, ਮੈਂ ਇੰਦਰਪ੍ਰੀਤ ਜੀ ਤੁਹਾਡੇ ਵੱਲ ਹੀ ਇਹ ਸਵਾਲ ਤੋਂ ਅੱਗੇ ਵਧਾਉਣਾ ਚਾਹੂੰਗਾ, ਕਿਉਂਕਿ ਤੁਹਾਡੀ ਸਟੱਡੀ ਕਾਫੀ ਹੈ। ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨਾਂ 'ਚ ਵੀ ਰੌਲੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਵੀ ਭਗਵੰਤ ਮਾਨ ਤੇ ਪ੍ਰਦੇਸ਼ ਦੇ ਪ੍ਰਧਾਨ ਵੀ ਉਹੀ, ਤੇ ਮੀਤ ਹੇਅਰ ਜੂਥ ਦੇ ਵੀ ਪ੍ਰਧਾਨ ਤੇ ਨਾਲ ਵੱਡੇ ਵਜ਼ੀਰ ਇੰਨੇ ਮਹਿਕਮੇ, ਤੇ ਬਾਕੀ ਪਾਰਟੀ ਤੇ ਭਰੋਸਾ ਕਿਉਂ ਨਹੀਂ ਹੁੰਦਾ। ਸੋ ਅੰਦਰ ਖਾਤੇ ਗੱਲਾਂ ਚੱਲਣ ਲੱਗ ਪਈਆਂ ਸੀ ਕਿ ਬੁੱਧ ਰਾਮ ਵਰਗੇ ਸਿਆਣੇ ਬੰਦੇ ਦੂਜੀ ਵਾਰ ਬਣੇ, ਉਹਨਾਂ ਨੂੰ ਤੁਸੀਂ ਵਜ਼ੀਰ ਕਿਉਂ ਨਹੀਂ ਲਿਆ, ਮਾਣੂਕੇ ਨੂੰ ਕਿਉਂ ਨਹੀਂ ਲਿਆ। ਮਾਣੂਕੇ ਦਾ ਤਰੌਲਾ ਪੈ ਗਿਆ, ਮੈਨੂੰ ਲੱਗਦਾ ਉਹ ਥੋੜਾ ਜਿਹਾ ਸ਼ਾਂਤ ਹੋ ਗਿਆ ਮਾਮਲਾ। ਸੋ ਇਹ ਜਿਹੜਾ ਪਾਰਟੀ 'ਚ ਫਿਰ ਬਦਲ ਹੈ, ਇਹਦੇ ਮਾਅਨੇ ਕੀ ਹੈ, ਇਹਦੇ ਸੰਕੇਤ ਕੀ ਹੈ? ਵੈਸੇ ਤਾਂ ਇੱਕ ਗੱਲ ਬੜੀ ਵੱਡੀ ਹੈ ਕਿ ਪਾਰਟੀ ਨੂੰ ਮੁਕੰਮਲ ਤੌਰ ਤੇ ਦੇਖ ਰਹੇ ਸੀ ਹਰਚੰਦ ਸਿੰਘ ਬਰਸਟ, ਜਿਹੜੇ ਕਿ ਹੁਣ ਮੰਡੀਕਰਨ ਬੋਰਡ ਦੇ ਚੇਅਰਮੈਨ ਬਣੇ ਆ। ਉਹਨਾਂ ਵਾਲਾ ਅਹੁਦਾ ਜਗਰੂਪ ਸਿੰਘ ਸੇਖਵਾਂ ਨੂੰ ਦਿੱਤਾ ਗਿਆ,
ਮੁੱਖ ਮੰਤਰੀ ਬਣੇ ਰਹਿਣਗੇ ਆਪਣੇ ਅਹੁਦੇ ਤੇ, ਉਹ ਪ੍ਰਧਾਨ ਹੀ ਰਹਿਣਗੇ, ਨਾਲ ਵਰਕਿੰਗ ਪ੍ਰੈਜ਼ੀਡੈਂਟ ਲਾਤਾ। ਮੁੱਖ ਮੰਤਰੀ ਦੇ ਹੁੰਦੇ ਆ ਵਰਕਿੰਗ ਪ੍ਰੈਜ਼ੀਡੈਂਟ, ਵੈਸੇ ਤਾਂ ਉਹਨਾਂ ਦੇ ਖੇਮੇ ਚੋਂ ਹੀ ਆਉਂਦੇ ਆ, ਕੋਈ ਵੱਡੀ ਗੱਲ ਨਹੀਂ, ਲੇਕਿਨ ਮੀਤ ਹੇਰ ਕੋਲੋਂ ਵੀ ਅਹੁਦਾ ਵਾਪਸ ਲੈ ਲਿਆ ਗਿਆ ਔਰ ਉਹ ਕਿਸੇ ਦੂਜੇ ਵਿਅਕਤੀ ਨੂੰ ਦਿੱਤਾ ਗਿਆ। ਮੈਂ ਚਾਹੂੰਗਾ ਕਿ ਅੰਦਰਲੀ ਪੋਲਿਟਿਕਸ ਦੱਸੋ ਜਰਾ ਥੋੜੀ। ਰੰਧਾਵਾ ਸਾਹਿਬ, ਪਿਛਲੇ 3 ਮਹੀਨੇ ਪਹਿਲਾਂ ਜਿਹੜੀ ਹੈਗੀ ਹੈ ਪਾਰਟੀ ਦੇ ਵਿੱਚ ਸੰਗਠਨ ਪੂਰਾ ਨਵੇਂ ਸਿਰੇ ਤੋਂ ਗਠਨ ਕਰਨ ਵਾਸਤੇ ਇੱਕ ਐਕਸਰਸਾਈਜ਼ ਹੋਈ ਸੀ, ਜਿਸ 'ਚ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਸੰਗਠਨ ਹੈਗੇ ਨੇ ਡਾਕਟਰ ਸੰਦੀਪ ਪਾਠਕ, ਉਹਨਾਂ ਨੇ ਇੱਕ MLA ਨਾਲ, ਜ਼ਿਲ੍ਹਿਆਂ ਦੇ ਪ੍ਰਭਾਰੀਆਂ ਨਾਲ, ਸਾਰਿਆਂ ਨਾਲ ਇੱਥੇ ਗੱਲ ਕੀਤੀ ਸੀ। ਤੇ ਉਦੋਂ ਹੀ ਇਹ ਗੱਲ ਚੱਲ ਰਹੀ ਸੀ ਵੀ ਕੀ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੀ ਪਾਰਟੀ ਦਾ ਸੰਗਠਨ ਚੇਂਜ ਕਰਨਾ ਜਾਂ ਕੁਛ, ਕਿਉਂਕਿ ਪਿਛਲੇ 1.5 ਸਾਲ ਹੋ ਗਿਆ ਲਗਭਗ, ਹੁਣ ਤੁਸੀਂ ਦੇਖੋ ਚੀਫ ਮਿਨਿਸਟਰ ਬਣੇ ਨੂੰ ਭਗਵੰਤ ਮਾਨ ਹੋਰਾਂ ਨੂੰ, ਤੇ ਉਹੀ ਪਾਰਟੀ ਦੇ ਚੀਫ ਵੀ ਨੇ। ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਉਹ ਸਰਕਾਰ ਵੱਲ ਤਾਂ ਧਿਆਨ ਦੇ ਰਹੇ ਨੇ ਲੇਕਿਨ ਪਾਰਟੀ ਵੱਲ ਧਿਆਨ ਨਹੀਂ ਦੇ ਰਹੇ। ਪਰ ਜਦੋਂ ਇਸ ਤਰ੍ਹਾਂ ਦੀ ਸੰਗਠਨ ਦੀ ਬਦਲਾਅ ਦੀ ਗੱਲ ਆਉਂਦੀ ਸੀ ਤਾਂ ਉਹ ਹਮੇਸ਼ਾ ਕਹਿੰਦੇ ਸੀ ਨਹੀਂ, ਪਾਰਟੀ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਹੈ, ਮੈਂ ਵਧੀਆ ਚਲਾ ਰਿਹਾ ਤੇ ਬਦਲਣ ਦੀ ਕੋਈ ਲੋੜ ਹੈ ਨਹੀਂ। ਸੋ ਲੇਕਿਨ ਜਿਹੜੇ ਬੰਦੇ ਦੂਸਰੇ ਹੈਗੇ ਹੈ ਉਹ ਚਾਹੁੰਦੇ ਸੀਗੇ ਕਿ ਨਹੀਂ, ਪਾਰਟੀ ਦਾ ਪ੍ਰਧਾਨ ਜਿਹੜਾ ਹੈਗਾ ਉਹ ਬਦਲਿਆ ਜਾਣਾ ਚਾਹੀਦਾ ਹੈ, ਕਿਉਂਕਿ ਚੀਫ ਮਿਨਿਸਟਰ ਕੋਲੇ ਬਹੁਤ ਟਾਈਮ ਨਹੀਂ ਹੁੰਦਾ ਪਾਰਟੀ ਦੇ ਧਿਆਨ ਦੇਣ ਲਈ। ਉਹ ਸਰਕਾਰ ਦੇ ਜਿਹੜੇ ਕੰਮਕਾਜ ਬਹੁਤ ਜ਼ਿਆਦਾ ਹੁੰਦੇ, ਉਹ ਮੀਟਿੰਗਸ 'ਚ ਬਹੁਤ ਵਿਅਸਤ ਰਹਿੰਦੇ ਆ, ਮਿਲਣ ਗਿਲਣ ਦਾ ਟਾਈਮ ਵੀ ਨਹੀਂ ਉਹਨਾਂ ਕੋਲ ਹੁੰਦਾ। ਸੋ ਇਸ ਕਰਕੇ ਉਹਨਾਂ ਦਾ ਇੱਕ ਦੂਜੀ ਗੱਲ ਵਿੱਚ ਜੇ ਇਹ ਆ ਗਈ ਸੀ ਜਦੋਂ ਇਹ ਚੱਲੀ ਕਿ ਦਲਿਤ ਰਾਜਨੀਤੀ ਵਾਲਾ ਜਿਹੜਾ ਪੱਤਾ ਹੁਣ ਪਿਛਲੇ 3-4 ਦਿਨਾਂ ਤੋਂ ਜਦ ਤੋਂ ਉਸ ਤੋਂ ਬਾਅਦ ਜਦੋਂ ਪ੍ਰਤਾਪ ਬਾਜਵਾ ਹੋਰਾਂ ਨੇ ਗੱਲ ਕੀਤੀ ਸੀ ਵੀ ਮੋਬਾਈਲ ਚਾਰਜਰਾਂ ਵਾਲੇ ਆ ਗਏ ਹੈ ਜਿਨ੍ਹਾਂ ਨੇ ਸਾਡੇ ਚੀਫ ਮਿਨਿਸਟਰ ਨੂੰ ਹਰਾਤਾ ਹੈ, ਉਸ ਤੋਂ ਬਾਅਦ ਇਹ ਤੁਹਾਨੂੰ ਯਾਦ ਹੋਊਗਾ ਜਿਹੜੀ ਪ੍ਰਤਾਪ ਬਾਜਵਾ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ ਸੀ, ਉਹ 'ਚ ਉਹਨਾਂ ਨੇ ਬੜੇ ਤਿੱਖੇ ਹਮਲੇ ਕੀਤੇ ਸੀ ਅਨੁਸੂਚਿਤ ਜਾਤੀ ਨਾਲ ਸੰਬੰਧਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ। ਉਹਨਾਂ ਨੇ ਕਿਹਾ ਸੀ ਵੀ ਡਿਪਟੀ ਚੀਫ ਮਿਨਿਸਟਰ ਤੁਹਾਡਾ ਕਿੱਥੇ ਹੈ, ਜਿਹੜਾ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਅਨਾਉਂਸ ਕੀਤਾ ਸੀ ਵੀ ਅਸੀਂ ਬਣਾਵਾਂਗੇ। ਸੋ ਉਸ ਤੋਂ ਮੈਨੂੰ ਲੱਗਦਾ ਸੀ ਕਿ ਪਾਰਟੀ ਬਹੁਤ ਬੈਕਫੁੱਟ ਤੇ ਆਈ ਤੇ ਉਹਨਾਂ ਨੇ ਫਿਰ ਕਾਰਜਕਾਰੀ ਪ੍ਰਧਾਨ ਲਗਾਤਾ। ਇੱਥੇ ਇੱਕ ਤੀਰ ਨਾਲ 2 ਨਿਸ਼ਾਨੇ ਉਹਨਾਂ ਨੇ ਸਾਧੇ ਹੈ। ਇੱਕ ਤਾਂ ਉਹਨਾਂ ਨੇ ਉਹਨੂੰ ਮਤਲਬ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਤਰ੍ਹਾਂ ਦਾ ਜਵਾਬ ਦਿੱਤਾ, ਦੂਜਾ ਨਾਲ ਹੀ ਕਿਉਂਕਿ ਬੁੱਧਰਾਮ ਬਹੁਤ ਸੀਨੀਅਰ MLA ਹੈਗੇ ਨੇ ਔਰ ਬਹੁਤ ਸਿਆਣੇ ਗਿਣੇ ਜਾਂਦੇ ਨੇ ਪਾਰਟੀ 'ਚ, ਖਾਸ ਤੌਰ ਤੇ ਜਦੋਂ ਅਨੁਸੂਚਿਤ ਜਾਤੀਆਂ ਦੇ ਮਾਮਲਿਆਂ ਦੇ ਵਿੱਚ ਅਗਰ ਸਰਕਾਰ ਕਿਤੇ ਫਸਦੀ ਹੈ ਤਾਂ ਉਹੀ ਹੱਲ ਕਰਦੇ ਨੇ ਜਾਂ ਹਰਪਾਲ ਚੀਮਾ ਹੋਣੀ ਹੱਲ ਕਰਦੇ ਆ। ਸੋ ਮੈਨੂੰ ਲੱਗਦਾ ਕਿ ਉਹ ਇੱਕ ਹੱਲ ਕਰਨਾ ਜ਼ਰੂਰੀ ਸੀ, ਉਹਨਾਂ ਨੂੰ ਸੀਨੀਅਰਿਟੀ ਦੇ ਤੌਰ ਤੇ ਕਿਤੇ ਇਹੋ ਜਿਹੇ ਅਹੁਦੇ ਤੇ ਲਗਾਉਣਾ। ਉਹ ਪਹਿਲਾਂ ਵੀ ਕੋਰ ਕਮੇਟੀ ਦੇ ਵੀ 3.5 ਸਾਲ ਚੇਅਰਮੈਨ ਰਹੇ ਹੈ। ਸੋ ਇਹ ਚੀਜ਼ਾਂ ਇੱਕ ਤਾਂ ਉਹਦੇ ਨਾਲ ਸਾਧੀਆਂ। ਦੂਜੀ ਗੱਲ ਸੀਗੀ ਸਭ ਤੋਂ ਅਹਿਮ ਅਹੁਦਾ, ਉਹ ਹੈਗਾ ਪਾਰਟੀ ਦੇ ਜਨਰਲ ਸੈਕਟਰੀ ਦਾ। ਪਾਰਟੀ ਦੇ ਜਨਰਲ ਸੈਕਟਰੀ ਬਰਸਟ ਸਾਹਿਬ ਜਦੋਂ ਮੰਡੀ ਬੋਰਡ ਦੇ ਚੇਅਰਮੈਨ ਬਣ ਗਏ, ਉਸ ਤੋਂ ਬਾਅਦ ਇਹ ਅਹੁਦੇ ਦੇ ਉੱਤੇ ਬਹੁਤ ਬੰਦਿਆਂ ਦੀ ਨਜ਼ਰ ਸੀਗੀ, ਪਰ ਕਿਉਂਕਿ ਜਗਰੂਪ ਸੇਖਵਾਂ ਜਿਹੜੇ ਹੈਗੇ ਆ, ਉਹਨਾਂ ਨੇ ਕਾਫੀ ਕੰਮ ਕੀਤਾ ਸੀ ਜਲੰਧਰ ਵਾਲੀ ਇਲੈਕਸ਼ਨ ਦੇ ਲਈ, ਉਹਦੇ ਵਿੱਚ ਉਹਨਾਂ ਨੂੰ ਰਿਵਾਰਡ ਦੇਣਾ ਬਣਦਾ ਸੀ, ਜੋ ਮੈਨੂੰ ਲੱਗਦਾ ਕਿ ਉਹਨਾਂ ਨੇ ਇਹਨਾਂ ਨੂੰ ਲਗਾ ਕੇ ਦਿੱਤਾ ਹੈ। ਤੀਸਰਾ ਜਿਹੜਾ ਸੀਗਾ ਉਹ ਹੈਗਾ ਯੂਥ ਵਿੰਗ ਦਾ, ਕਿਉਂਕਿ ਹੁਣ ਮੇਰੇ ਖਿਆਲ 2 ਜਾਂ 3 ਮਹੀਨੇ ਰਹਿ ਗਏ ਆ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਜਾਣਾ, ਜਿਹੜੇ ਇਹਦੇ ਹੋਣੇ ਆ ਲੋਕਲ ਬੋਡੀਜ਼ ਦੇ ਜਾਂ ਪੰਚਾਇਤੀ ਰਾਜ, ਉਸ ਤੋਂ ਬਾਅਦ ਪਾਰਲੀਮੈਂਟ ਦੇ ਵੀ ਸਿਰ ਦੇ ਉੱਤੇ ਖੜੇ ਆ। ਇਸ ਕਰਕੇ ਪਾਰਟੀ ਨੂੰ ਸੰਗਠਨ ਲੈਵਲ ਤੇ ਮਜ਼ਬੂਤ ਕਰਨਾ ਇਸ ਟਾਈਮ ਬਹੁਤ ਜ਼ਰੂਰੀ ਸੀਗਾ, ਜੋ ਹਜੇ ਤੱਕ ਹੋ ਨਹੀਂ ਸੀ ਰਿਹਾ। ਤੇ ਸੰਦੀਪ ਪਾਠਕ ਕਾਫੀ ਟਾਈਮ ਤੋਂ ਲੱਗੇ ਹੋਏ ਆ। ਮੈਂ 3-4 ਵਾਰ ਇਹਨਾਂ ਦੇ ਆਫਿਸ 'ਚ ਇੱਥੇ ਗਿਆ ਤਾਂ ਹਮੇਸ਼ਾ ਹੀ ਇਹ ਚੱਲ ਰਿਹਾ ਹੁੰਦਾ ਸੀ ਵੀ ਅੱਜ ਫਲਾਣੇ ਡਿਸਟ੍ਰਿਕਟ ਦੇ MLA ਦੀ ਵਾਰੀ, ਅੱਜ ਦੂਜੇ ਡਿਸਟ੍ਰਿਕਾਂ ਦੇ MLA ਦੀ ਵਾਰੀ ਹੈ, ਤੇ ਉਹ ਸਾਰਾ ਉਹਨਾਂ ਨਾਲ ਚਰਚਾ ਚੱਲ ਰਹੀ ਹੈ। ਤਾਂ ਉਹਦੇ ਵਿੱਚ ਜਿਹੜਾ ਯੂਥ ਵਿੰਗ ਹੈ ਉਹ ਵੀ ਬਹੁਤ ਇੰਪੋਰਟੈਂਟ ਹੁੰਦਾ ਹੈ। ਤੇ ਮੀਤ ਹੇਰ ਕੋਲੇ ਵੀ ਕਿਉਂਕਿ 2 ਵੱਡੇ ਮਹਿਕਮੇ ਨੇ, ਉਹ ਵੀ ਇੱਧਰ ਧਿਆਨ ਨਹੀਂ ਸੀ ਦੇ ਪਾ ਰਹੇ ਆਪਣੇ ਜਿਹੜਾ ਸੰਗਠਨ ਹੈ ਵੀ ਉਹਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ ਹੈ। ਤਾਂ ਉਹਨਾਂ ਦੀ ਜਗ੍ਹਾ ਤੇ ਜਿਹੜਾ ਇੱਕ ਹੋਰ MLA ਜਿਹੜੇ ਹੈਗੇ ਉਹਨਾਂ ਨੂੰ ਇੱਕ ਸੀਨੀਅਰ ਲੀਡਰ ਜਿਹੜੇ ਹੈਗੇ ਆ ਯੰਗਸਟਰ, ਉਹਨਾਂ ਨੂੰ ਲਿਆਤਾ ਗਿਆ। ਨਾਲ 4 MLA ਜਿਹੜੇ ਹੈਗੇ ਆ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਲਗਾ ਕੇ ਵੀ ਇੱਕ ਤਰ੍ਹਾਂ ਦਾ ਐਡਜਸਟ ਕੀਤਾ ਗਿਆ। ਸੋ ਇਹ ਸਾਰਾ ਜਿਹੜੀ ਕਵਾਇਦ ਹੈ ਉਹ ਕੰਪਲੀਟ ਹੋਈ ਹੈ। ਮੈਨੂੰ ਲੱਗਦਾ ਕਿ ਇਹ ਫੋਕਸ ਜਿਹੜਾ ਪਾਰਟੀ ਬਹੁਤ ਫੋਕਸਡ ਹੈ ਕਿ ਉਹਨੇ ਕਿਸ ਤਰ੍ਹਾਂ ਪਹਿਲਾਂ ਲੋਕਲ ਬੋਡੀਜ਼ ਫਿਰ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਨੇ ਉਹਦੇ ਉੱਤੇ ਕਰਨਾ। ਇਹ ਭਾਸਕਰ ਸਾਹਿਬ, ਇਹਦੇ ਚ ਜਿਹੜੀ ਮੈਂ ਜਿੱਥੇ ਜੇ ਖੜਾ ਹੈ ਇਸ ਵੇਲੇ, ਜਿਹੜਾ ਇਹ ਫੇਰ ਬਦਲ ਹੈ, ਇਹਦੇ ਵਿੱਚ ਇੱਕ ਬਹੁਤ ਵੱਡਾ ਰੋਲ
ਅਗਲੇ ਸਮੇਂ ਲਈ ਨਿਰਧਾਰਿਤ ਕੀਤਾ ਗਿਆ ਉਹ ਹੈਗਾ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਲੋਕਾਂ ਨੂੰ ਤੋੜ ਕੇ ਆਮ ਆਦਮੀ ਪਾਰਟੀ ਨਾਲ ਜੋੜਨਾ। ਪਾਰਲੀਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ, ਕਾਰਪੋਰੇਸ਼ਨ ਦੀ ਇਲੈਕਸ਼ਨ ਤੋਂ ਪਹਿਲਾਂ ਜਾਂ ਦੌਰਾਨ ਦੇ ਵਿੱਚ ਬਹੁਤ ਸਾਰੇ ਦੂਜੀਆਂ ਪਾਰਟੀਆਂ ਦੇ ਆਗੂ, ਸੋ ਜਗਰੂਪ ਸਿੰਘ ਸੇਖਵਾਂ ਜਿਸ ਤਰੀਕੇ ਨਾਲ ਜਲੰਧਰ 'ਚ ਵਿਚਰਦੇ ਆ, ਪਹਿਲਾਂ ਉਹ ਕੈਂਡੀਡੇਟ ਲਿਆਉਣ ਦੇ ਵਿੱਚ ਰੋਲ ਪਲੇ ਕਰਦੇ ਆ, ਫਿਰ ਉਹ ਬਹੁਤ ਸਾਰੇ ਕਾਂਗਰਸੀ ਤੇ ਅਕਾਲੀਆਂ ਨੂੰ ਵੀ ਇੱਧਰ ਲਿਆਉਣ 'ਚ ਰੋਲ ਪਲੇ ਕਰਦੇ ਆ। ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪੁਰਾਣੇ ਤਾਲੁਕਾਤ ਜਗਰੂਪ ਸਿੰਘ ਸੇਖਵਾਂ ਨੇ ਬੜੀ ਮੁਸਤੈਦੀ ਨਾਲ ਵਰਤੇ ਨੇ, ਤੇ ਹੁਣ ਜਿਹੜੀ ਅਗਲੇ ਸਮੇਂ ਦੇ ਵਿੱਚ ਕਵਾਇਦ ਹੋਣ ਵਾਲੀ ਆ, ਦੂਜੀ ਕਤਾਰ ਦੇ ਅਕਾਲੀ ਆਗੂ ਤੇ ਕਾਂਗਰਸੀ ਆਗੂ ਜਿਨ੍ਹਾਂ ਨੂੰ ਵੱਡੀਆਂ ਟਿਕਟਾਂ ਨਾ ਵੀ ਦੇਣੀਆਂ ਪੈਣ, ਮਤਲਬ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਫਰੰਟ ਸੀਟ ਤੇ ਬਿਠਾਇਆ ਜਾਵੇ, ਜਲੰਧਰ 'ਚ ਤੇ ਉਹਨਾਂ ਦੀ ਮਜਬੂਰੀ ਸੀ, ਪਰ ਦੂਜੀ ਕਤਾਰ ਦੇ ਆਗੂ ਤੇ ਉਸ ਤੋਂ ਬਾਅਦ ਇੱਕ ਹੋਰ ਕਵਾਇਦ ਕਿ ਪਿੰਡਾਂ ਦੇ ਸਰਪੰਚ ਜਾਂ ਬਾਕੀ ਕੌਂਸਲਰਾਂ ਤੱਕ ਮੁਹੱਲਿਆਂ ਹਲਕਿਆਂ ਦੇ ਵਿੱਚੋਂ ਉਹ ਲਿਆਂਦੇ ਜਾਣ ਤਾਂ ਕਿ ਪਾਰਟੀ ਨੂੰ ਮਜ਼ਬੂਤ ਕਰ ਲਿਆ ਜਾਵੇ ਔਰ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਜਿਹੜਾ ਕਾਡਰ ਨਾ ਹੋਣ ਦੀ ਗੱਲ ਹੁੰਦੀ ਆ ਉਹਨੂੰ ਮਜ਼ਬੂਤੀ ਦਿੱਤੀ ਜਾਵੇ। ਔਰ ਇਹ ਬੜੀ ਸੋਚ ਸਮਝੇ ਤਰੀਕੇ ਨਾਲ ਅੱਗੇ ਇਸ ਗੱਲ ਨੂੰ ਵਧਾਇਆ ਗਿਆ। ਦੋ ਗੱਲਾਂ ਹੈਗੀਆਂ ਕਿ ਪ੍ਰਿੰਸੀਪਲ ਬੁੱਧਰਾਮ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਕਿਉਂ ਲਾਇਆ, ਪ੍ਰਧਾਨ ਕਿਉਂ ਨਹੀਂ ਲਾਇਆ। ਪ੍ਰਧਾਨ ਅਗਰ ਭਗਵੰਤ ਮਾਨ ਹੈਗੇ ਨੇ ਤੇ ਉਹ ਕਾਰਿਆ ਨਹੀਂ ਕਰ ਰਹੇ, ਇਸ ਕਰਕੇ ਕਾਰਜਕਾਰੀ ਪ੍ਰਧਾਨ ਦੀ ਲੋੜ ਪਈ। ਔਰ ਤੁਹਾਨੂੰ ਯਾਦ ਹੋਵੇਗਾ ਓਪੀ ਸੋਨੀ ਉਹਨਾਂ ਦਾ ਉਹ ਕਾਗਜ਼ਾਤ ਜਿਹੜਾ ਆਪਣੀ ਪਟੀਸ਼ਨ ਦੇ ਨਾਲ ਉਹਨਾਂ ਨੇ ਲਾਇਆ ਸੀ, ਜਿਹਦੇ ਵਿੱਚ ਕੇਜਰੀਵਾਲ ਉਹਨਾਂ ਨੂੰ ਪੰਜਾਬ ਦੇ ਕਨਵੀਨਰ ਦੇ ਤੌਰ ਤੇ ਸਿਕਿਉਰਿਟੀ ਦਿੱਤੀ ਹੋਈ ਹੈ, ਉਹਦਾ ਜ਼ਿਕਰ ਸੀਗਾ। ਪੰਜਾਬ ਪੁਲਿਸ ਨੇ ਉਸ ਚਿੱਠੀ ਨੂੰ ਫੇਕ ਜ਼ਰੂਰ ਕਿਹਾ ਸੀ ਪਰ ਐਕਸ਼ਨ ਕੋਈ ਨਹੀਂ ਲਿਆ ਸੀਗਾ। ਚਲੋ ਇਹ ਤੇ ਹੁਣ ਪਾਰਟੀਆਂ ਦੀ ਗੱਲਾਂ ਹੁੰਦੀਆਂ, ਕਿਉਂਕਿ ਕੇਜਰੀਵਾਲ ਉਹਨਾਂ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਨੈਸ਼ਨਲ ਕਨਵੀਨਰ ਦੀ ਪੋਸਟ ਦੇ ਉੱਤੇ ਬਿਲਕੁਲ ਉਹਨਾਂ ਨੇ ਆਪਣੇ ਕੋਲ ਹੀ ਰੱਖੀ ਸੀ। ਏਦਾਂ ਹੀ ਪੰਜਾਬ ਦੇ ਵਿੱਚ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਬਣ ਗਏ, ਉਹਨਾਂ ਨੇ ਪ੍ਰਧਾਨ ਦੀ ਪੋਸਟ ਵੀ ਆਪਣੇ ਕੋਲ ਰੱਖੀ ਹੋ ਸਕਦੀ। ਇਹਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਦੀ ਵੀ ਗੱਲ ਚੱਲ ਰਹੀ ਹੈ ਕਿ ਦਲਿਤ ਡਿਪਟੀ ਸੀਐਮ ਨਾ ਬਣਾਉਣ ਦੇ ਮੁੱਦੇ ਦੇ ਉੱਤੇ ਦਲਿਤ ਨੂੰ ਇੱਕ ਕਾਰਜਕਾਰੀ ਪ੍ਰਧਾਨ ਬਣਾ ਕੇ ਉਹਨਾਂ ਨੇ ਆਪੋਜੀਸ਼ਨ ਨੂੰ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਬਾਕੀ ਗੱਲ ਕਰੀ ਜਗਰੂਪ ਸਿੰਘ ਸੇਖਵਾਂ ਉਹਨਾਂ ਦਾ, ਜਲੰਧਰ ਦੀ ਇਲੈਕਸ਼ਨ ਤੋਂ ਪਹਿਲੇ ਜਿੰਨੀ ਵੀ ਵੱਡੀ ਜੁਆਇਨਿੰਗ ਹੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਦੂਜੀ ਪਾਰਟੀਆਂ ਦੀ, ਉਹਨਾਂ ਸਾਰੀਆਂ ਦੇ ਪਿੱਛੇ ਜਗਰੂਪ ਸਿੰਘ ਸੇਖਵਾਂ ਸੀਗੇ। ਜਲੰਧਰ ਦੇ ਵਿੱਚ ਉਹਨਾਂ ਦੇ ਕਾਰਿਆਸ਼ੈਲੀ ਨੂੰ ਅਸੀਂ ਦੇਖਿਆ, ਉਹ ਬੜੀ ਲੋ ਪ੍ਰੋਫਾਈਲ ਜਿਹੀ ਰਹਿੰਦੇ ਨੇ, ਸਮਾਈਲਿੰਗ ਫੇਸ, ਲੱਗਦਾ ਹੀ ਨਹੀਂ ਕਿ ਵੀ ਉਹ ਇਸ ਤਰੀਕੇ ਨਾਲ ਕਿਸੇ ਦੂਜੀ ਪਾਰਟੀ ਦੇ ਵਿੱਚ ਇੰਟਰਵਿਊਡ ਕਰਕੇ ਉਹ ਆਪਣੇ ਇੱਕ ਜਿਹੜਾ ਵੀ ਮਿਸ਼ਨ ਹੁੰਦਾ ਉਹਨੂੰ ਸਕਸੈਸਫੁਲ ਕਰ ਲੈਂਦੇ। ਵਾਕਈ ਉਹ ਪਾਰਟੀ ਵਾਸਤੇ ਬਹੁਤ ਵੱਡੀ ਐਸੈਟ ਨੇ ਔਰ ਇਸ ਐਸੈਟ ਨੂੰ ਭਗਵੰਤ ਮਾਨ ਉਹਨਾਂ ਨੇ ਆਪ ਪਹਿਚਾਨਿਆ ਔਰ ਉਸ ਤੋਂ ਬਾਅਦ ਜਨਰਲ ਸੈਕਟਰੀ ਦੀ ਪੋਸਟ ਦਿੱਤੀ ਗਈ ਹੈ। ਆਉਣ ਵਾਲੇ ਟਾਈਮ ਵਿੱਚ ਜਗਰੂਪ ਸਿੰਘ ਸੇਖਵਾਂ ਉਹਨਾਂ ਦਾ ਕੱਦ ਪਾਰਟੀ ਦੇ ਵਿੱਚ ਹੋਰ ਵੀ ਵੱਡਾ ਹੋਣ ਵਾਲਾ ਹੈ। ਪਰ ਚਲੋ, ਲੇਕਿਨ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਵਾਕਈ ਚਲੋ ਪਾਰਟੀ ਤੇ ਉਸ ਤੋਂ ਪ੍ਰਭਾਵਿਤ ਹੈ ਹੀ ਹੈ। ਅਸੀਂ ਵੀ ਖੁਦ ਦੇਖਿਆ ਤੇ ਸਾਨੂੰ ਵੀ ਲੱਗਿਆ ਕਿ ਵਾਕਈ ਸਮਾਈਲਿੰਗ ਫੇਸ ਨਾਲ ਬਿਨਾਂ ਕਿਸੇ ਲਾਈਮਲਾਈਟ ਵਿੱਚ ਆਏ ਹੋਏ ਆਪਣੇ ਮਿਸ਼ਨ ਨੂੰ ਕਿੱਦਾਂ ਕੰਪਲੀਟ ਕੋਈ ਲੀਡਰ ਕਰਦਾ ਹੈ, ਉਹ ਜਗਰੂਪ ਸਿੰਘ ਸੇਖਵਾਂ ਨਾਮ ਦਾ ਉਹ ਲੀਡਰ ਨੇ ਜਿਹੜਾ ਹੁਣ ਜਨਰਲ ਸੈਕਟਰੀ ਬਣਾਏ ਗਏ। ਇਹ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ, ਲੋ ਪ੍ਰੋਫਾਈਲ ਵਾਲੀ ਗੱਲ, ਵੀ ਕਿਸੇ ਵੀ ਵੱਡੇ ਮੀਡੀਆ ਅਦਾਰੇ ਨੇ ਉਹ ਪ੍ਰਮੁਖਤਾ ਨਹੀਂ ਇਸ ਗੱਲ ਨੂੰ ਦਿੱਤੀ, ਕਿਸੇ ਟੀਵੀ ਚੈਨਲ ਨੇ ਜ਼ਿਆਦਾ ਪ੍ਰਮੁਖਤਾ ਨਹੀਂ ਦਿੱਤੀ, ਕਿਉਂਕਿ ਇਹ ਪ੍ਰਮੁਖਤਾ ਅੱਜ ਕੱਲ ਦਵਾਈ ਜਾਂਦੀ ਹੈ। ਮੀਡੀਆ ਮੈਨੇਜ ਕਰਨ ਵਾਲੇ ਲੋਕ ਵੀ ਆਪਣੇ ਜਿਹੜੇ ਮੇਨ ਲੋਕ ਹੁੰਦੇ ਆ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਤਾਂ ਜਾਣਦੇ ਹੀ ਨੇ ਇੰਦਰਪ੍ਰੀਤ ਜੀ, ਕਿ ਜਿਹੜੇ ਵੱਡੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੇ ਚਿਹਰੇ ਨਹੀਂ ਦਿਖਾਏ ਜਾਂਦੇ, ਚਿਹਰੇ ਦਿਖਾਉਣ ਵਾਲੇ ਕੋਈ ਹੋਰ ਨੇ, ਕੰਮ ਕਰਨ ਵਾਲੇ ਕੋਈ ਹੋਰ ਨੇ। ਸੋ ਇਹ ਬੜੀ ਗਿਣੀ ਮਿੱਥੀ ਤਰੀਕੇ ਨਾਲ ਸਾਰੀ ਮੂਵ ਅੱਗੇ ਵਧਾਈ ਗਈ। ਇੰਦਰਪ੍ਰੀਤ ਜੀ ਆਖਰੀ ਦੋ ਲਾਈਨਾਂ 'ਚ ਬਸ। ਤੁਸੀਂ ਉਹਦੀ ਗੱਲ ਕੀਤੀ ਵੀ ਲੋ ਪ੍ਰੋਫਾਈਲ ਨੇ, ਜਿਹੜਾ ਇਹ ਸਾਰਾ ਮਤਲਬ ਜਿੰਨਾ ਕਾਰਵਾਈ ਹੋਈ ਹੈ ਉਹਦੇ ਵਿੱਚ ਤੁਸੀਂ ਡਾਕਟਰ ਸੰਦੀਪ ਪਾਠਕ ਦਾ ਨਾਮ ਤਾਂ ਭੁੱਲ ਹੀ ਗਏ, ਜਿਨ੍ਹਾਂ ਨੇ ਕੀਤੀ ਹੈ। ਤੁਸੀਂ ਦੇਖੋਗੇ ਅਜੇ ਤੱਕ ਤਾਂ ਕਿਸੇ ਵੀ ਮੀਡੀਆ ਦੇ ਵਿੱਚ ਉਹ ਵੀ ਨਹੀਂ ਆਏ ਹੈਗੇ, ਕਿਸੇ ਵੀ ਮਤਲਬ ਕਿਸੇ ਨੇ ਵੀਡੀਓ ਉਹਨਾਂ ਦੀਆਂ ਪਾ ਕੇ ਪਾਰਟੀ ਦੇ ਅੰਦਰਲੇ ਪਲੇਟਫਾਰਮ ਦੀਆਂ ਉਹ ਭਾਵੇਂ ਰਿਲੀਜ਼ ਕੀਤੀਆਂ ਹੋਣ, ਪਰ ਕਿਸੇ ਵੀ ਪਲੇਟਫਾਰਮ ਤੇ ਅਦਰਵਾਈਜ਼ ਉਹਨਾਂ ਦਾ ਕਦੀ ਉਹਨਾਂ ਦੀ ਫੋਟੋ ਕੁਝ ਨਹੀਂ ਆਂਦਾ। ਉਹ ਬੜਾ ਚੁੱਪਚਾਪ ਰਹਿ ਕੇ ਕੰਮ ਕਰਨ ਵਾਲੇ ਬੰਦੇ ਹੈ। ਮੈਂ ਵੀ ਉਹਨੇ 4-5 ਵਾਰੀ ਮਤਲਬ ਮਿਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਥੋੜਾ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੇ। ਸੇਮ ਹੀ ਮੈਨੂੰ ਲੱਗਦਾ ਹੈ ਕਿ ਜਿਹੜੇ ਜਗਰੂਪ ਸੇਖਵਾਂ ਵੀ ਏਦਾਂ ਦੇ ਵਿਅਕਤੀ ਹੈਗੇ ਆ, ਖਾਸ ਤੌਰ ਤੇ ਜਿਹੜੇ ਬੰਦੇ ਕੰਮ ਕਰਦੇ ਆ ਨਾ, ਮੈਨੂੰ ਲੱਗਦਾ ਹੈ ਰੰਧਾਵਾ ਸਾਹਿਬ ਉਹ ਕੰਮ ਹੀ ਉਦੋਂ ਕਰ ਪਾਉਂਦੇ ਆ ਜਦੋਂ ਉਹ ਲੋ ਪ੍ਰੋਫਾਈਲ ਹੋ ਕੇ ਚੱਲਦੇ ਆ। ਜਦੋਂ ਬਹੁਤ ਹਾਈ ਪ੍ਰੋਫਾਈਲ ਹੋ ਕੇ ਚੱਲਦੇ ਤਾਂ ਲੋਕ ਤਾਂ ਕੰਮ ਕਰਨ ਦਿੰਦੇ ਹੀ ਨਹੀਂ। ਫਿਰ ਐਕਚੁਅਲੀ ਕੰਮ ਹੁੰਦਾ ਉਦੋਂ ਹੀ ਹੈ ਜਦੋਂ ਤੁਸੀਂ ਬਹੁਤ ਲੋ ਪ੍ਰੋਫਾਈਲ ਹੋ ਕੇ ਚੱਲਦੇ। ਔਰ ਸੇਖਵਾਂ ਸਾਹਿਬ ਵੀ ਤਕਰੀਬਨ ਉਸਦੀ ਉਹਦੇ ਬੰਦੇ ਆ। ਮੈਨੂੰ ਲੱਗਦਾ ਕਿ ਅਕਾਲੀ ਦਲ ਨੇ ਜੇ ਕੋਈ ਆਪਣਾ ਇੱਕ ਐਸੈਟ ਗਵਾਇਆ ਹੈ ਤਾਂ ਇਹਨਾਂ ਦੇ ਰੂਪ 'ਚ ਹੀ ਗਵਾਇਆ, ਜਿਹੜਾ ਸੇਖਵਾਂ ਪਰਿਵਾਰ ਉਹਨਾਂ ਨੂੰ ਛੱਡ ਕੇ ਚਲਾ ਗਿਆ।
ਸੇਵਾ ਸਿੰਘ ਸੇਖਵਾਂ ਮਰਹੂਮ ਵੀ ਬਹੁਤ ਬਾਦਲ ਸਾਹਿਬ ਨਾਲ ਇਸ ਤਰੀਕੇ ਨਾਲ ਵਿਚਰਦੇ ਰਹੇ, ਜਿੰਨਾ ਚਿਰ ਵਫਾਦਾਰੀ ਬਣੀ ਰਹੀ। ਫਿਰ ਮਾਝੇ ਦੇ ਕੁਝ ਮਾਮਲਿਆਂ 'ਚ ਪੇਚ ਫਸ ਗਿਆ ਸੀ, ਉਹ ਖਾਲਸਾ ਕਾਲਜ ਯੂਨੀਵਰਸਿਟੀ ਬਣਾਉਣ ਦੇ ਮਾਮਲੇ 'ਚ ਫਿਰ ਉਹਨਾਂ ਨੂੰ ਇੰਨਾ ਨੁਕਰੇ ਲਾਇਆ ਗਿਆ ਕਿ ਹੌਲੀ ਹੌਲੀ ਉਹ ਬਾਹਰ ਜਾ ਕੇ ਤੇ ਜਾਂਦੇ ਹੋਏ, ਜਦੋਂ ਉਹਨਾਂ ਨੂੰ ਪਤਾ ਸੀ ਕਿ ਮੇਰਾ ਅੰਤਮ ਸਮਾਂ ਨੇੜੇ ਆ ਗਿਆ, ਕੇਜਰੀਵਾਲ ਦੇ ਹੱਥ 'ਚ ਆਪਣੇ ਪੁੱਤ ਦਾ ਹੱਥ ਫੜਾ ਕੇ ਇਹ ਕਹਿ ਕੇ ਗਏ ਸੀ ਵੀ ਹੁਣ ਇਹ ਤੁਹਾਡੇ ਹਵਾਲੇ ਆ ਤੇ ਤੁਸੀਂ ਇਹਨੂੰ ਅੱਗੇ ਮੂਵ ਕਰਨਾ ਹੈ। ਮੈਨੂੰ ਲੱਗਦਾ ਵੀ ਕੇਜਰੀਵਾਲ ਨੇ ਵੀ ਉਹ ਇੱਜ਼ਤ ਰੱਖੀ ਹੈ। ਇੱਕ ਗੱਲ ਲਾਸਟ ਮੈਂ ਕਹਿ ਕੇ, ਜਦੋਂ ਮੈਂ ਆਮ ਆਦਮੀ ਪਾਰਟੀ ਦੇ ਘੇਰਿਆਂ ਚੋਂ ਸਮਝਣ ਦਾ ਯਤਨ ਕੀਤਾ ਤੇ ਸੰਦੀਪ ਪਾਠਕ ਬਾਰੇ ਇਹ ਗੱਲ ਸਾਹਮਣੇ ਆਈ ਕਿ ਉਹ ਮੈਂਬਰ ਰਾਜ ਸਭਾ ਨੇ, ਪਰ ਆਮ ਤੌਰ ਤੇ ਉਹਨਾਂ ਦੇ ਮੂਹਰੇ ਅਸਕੌਟ ਗੱਡੀ ਤੁਹਾਨੂੰ ਨਹੀਂ ਮਿਲੂਗੀ। ਉਹ ਕਈ ਵਾਰੀ 에ਅਰਪੋਰਟ ਤੋਂ ਟੈਕਸੀ ਲੈ ਕੇ ਹੀ ਤਾਂ ਪਾਰਟੀ ਦੇ ਦਫ਼ਤਰ ਦੇ ਵਿੱਚ ਆ ਜਾਂਦੇ ਆ, ਔਰ ਇਹ ਮੰਨਿਆ ਜਾਂਦਾ ਵੀ ਉਹ ਬੈਗ ਚੱਕ ਕੇ ਤੁਰੇ ਆਉਂਦੇ ਹੁੰਦੇ ਆ ਤੇ ਕਈ ਵਾਰੀ ਜਿਹੜੇ ਉੱਥੇ ਕੰਮ ਕਰਨ ਵਾਲੇ ਬੰਦੇ ਆ ਦਫ਼ਤਰ ਦੇ, ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਵੀ ਭੀੜ 'ਚ ਬੰਦਾ ਨਿਕਲ ਕੇ ਆਪਣੇ ਦਫ਼ਤਰ 'ਚ ਬਹਿ ਗਿਆ। ਤਾਂ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।